ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਜਨਮ ਮਰਨ ਦੋਹੁ ਮਹਿ ਨਾਹੀ। ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਿਲਾਏ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ। ਉਹ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪਿੰਡ ਪੰਘਾਲਾ ਪੱਟੀ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਆਪ ਸਰਬੱਤ ਸੰਗਤਾਂ ਬ੍ਰਹਮ ਗਿਆਨੀ ਤਤਵ ਵਿੱਚ ਅਭੇਦ ਮਹਾਪੁਰਸ਼ ਸੰਤ ਸਿਪਾਹੀ ਸ਼ਹਾਦਤ ਦੀ ਅਵਧੀ ਮੰਨਣ ਵਾਲੇ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ ਉਲੀਕੇ ਗਏ ਮਹਾਨ ਸ਼ਹੀਦੀ ਸਮਾਗਮਾਂ ਅੰਦਰ ਸ਼ਿਰਕਤ ਕਰ ਰਹੇ ਹੋ। ਆਪ ਸਰਬੱਤ ਸੰਗਤ ਦੇ ਸਹਿਯੋਗ ਸਦਕਾ ਸਤਿਕਾਰਯੋਗ ਬਾਬਾ ਗੁਰਦੇਵ ਸਿੰਘ ਜੀ ਹੁਣਾਂ ਨੇ ਇਹ ਸਮਾਗਮ ਉਲੀਕੇ ਨੇ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਮਹਾਪੁਰਸ਼ਾਂ ਦੇ ਸ਼ਹੀਦਾਂ ਦੇ ਸੰਤਾਂ ਦੇ ਗੀਤ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਫਾਰਸੀ ਦਾ ਲਫ਼ਜ਼ ਹੈ ਜਨ। ਘਰ ਵਾਲੀ ਨੂੰ ਕਹਿੰਦੇ ਨੇ, ਤੀਵੀਂ ਨੂੰ ਕਹਿ ਦਿੱਤਾ ਜਾਂਦਾ ਹੈ। ਰੱਬ ਦੀਆਂ ਸੁਹਾਗਣਾਂ ਨੂੰ ਜਨ ਕਿਹਾ ਜਾਂਦਾ ਹੈ, ਜਿਨ੍ਹਾਂ ਸਿਰ ਦਾ ਸਾਈਂ ਰੱਬ ਨੂੰ ਬਣਾ ਲਿਆ। ਵੈਸੇ ਸਾਰੀ ਲੋਕਾਈ ਇਹ ਜ਼ੋਰ ਦਿੰਦੀ ਹੈ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਸਾਰੇ। ਸਭ ਚਾਹੁੰਦੇ ਨੇ ਸਿਰ ਤੇ ਅਕਾਲ ਪੁਰਖ ਦਾ ਹੱਥ ਹੋਵੇ, ਉਹ ਖਸਮ ਬਣ ਜਾਵੇ। ਤੋ ਜਿਨ੍ਹਾਂ ਨੇ ਪ੍ਰਾਪਤੀ ਕਰ ਲਈ ਉਹਨਾਂ ਨੂੰ ਜਨ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਜਨ ਸੰਤਾਂ ਲਈ ਆਉਂਦਾ ਹੈ। ਇੱਥੇ ਜਨ ਲਫ਼ਜ਼ ਫਾਰਸੀ ਦਾ ਹੈ। ਸੋ ਮਹਾਰਾਜ ਕਹਿੰਦੇ ਨੇ, ਜਿਹੜੇ ਤੁਹਾਡੇ ਜਨ ਨੇ, ਮਹਾਪੁਰਸ਼ ਨੇ, ਮਹਾਤਮਾ ਨੇ, ਹੈ ਅਕਾਲ ਪੁਰਖ, ਉਹਨਾਂ ਦੀ ਮਹਿਮਾ ਕਥੀ ਨਹੀਂ ਜਾ ਸਕਦੀ, ਅੰਤ ਨਹੀਂ ਪਾਇਆ ਜਾ ਸਕਦਾ। ਪੁੱਛੋ ਜੀ ਕਿਉਂ?
ਕਹਿੰਦੇ ਪ੍ਰਮਾਤਮਾ ਅਸੀਮ ਹੈ, ਜ਼ੁਬਾਨ ਦੀ ਇੱਕ ਸੀਮਾ ਹੈ, ਵਾਕ ਛਲ ਸ਼ਬਦ ਜਾਲ ਇੱਕ ਸੀਮਾ ਵਿੱਚ ਨੇ। ਸੋ ਪਰਮਾਤਮਾ ਵਿੱਚ ਜਿਹੜੇ ਸਮਾ ਗਏ, ਇਕਮਿਕ ਹੋ ਗਏ, ਉਹ ਪਰਮਾਤਮਾ ਦਾ ਰੂਪ ਹੋਏ। ਜਿਹੜੀ ਨਦੀ ਸਾਗਰ ਵਿੱਚ ਰਲ ਜਾਂਦੀ ਹੈ, ਉਹਦਾ ਦਾਇਰਾ ਸਾਗਰ ਜਿੱਡਾ ਹੋ ਜਾਂਦਾ ਹੈ। ਤੋ ਸਾਗਰ ਨੂੰ ਹੁਣ ਕੌਣ ਬਿਆਨ ਕਰੇਗਾ? ਐਸੇ ਮਹਾਂਪੁਰਸ਼ ਬਾਬਾ ਵੀਰ ਸਿੰਘ ਹੋਣੀ ਹੋਏ ਨੇ। ਸੋ ਕੋਈ ਵੀ ਮਹਾਤਮਾ ਹੈ, ਪਰਮਾਤਮਾ ਵਿੱਚ ਜਿਹੜਾ, ਗੁਰੂ ਨਾਨਕ ਵਿੱਚ ਜਿਹੜਾ ਅਭੇਦ ਹੈ, ਉਹਦਾ ਅੰਤ ਨਹੀਂ ਆਉਂਦਾ। ਜਨ ਕੀ ਉਪਮਾ ਤੁਝ ਹੈ ਵਡਈਆ। ਕਹਿੰਦੇ ਮਹਾਂਪੁਰਸ਼ਾਂ ਦੀ ਵਡਿਆਈ ਤੇਰੀ ਹੀ ਪਰਮਾਤਮਾ ਵਡਿਆਈ ਹੈ। ਦੇਖੋ, ਜਿੰਨਾ ਚਿਰ ਨਦੀ ਵੱਖ ਹੈ ਸਾਗਰ ਤੋਂ, ਬਿਆਨ ਵੱਖ ਦਿੱਤਾ ਜਾ ਸਕਦਾ ਹੈ ਵੀ ਇਹ ਨਦੀ ਹੈ। ਜਦੋਂ ਸਾਗਰ ਵਿੱਚ ਮਿਲ ਗਈ, ਫਿਰ ਉਹ ਸਾਗਰ ਅਖਵਾਵੇਗੀ। ਸੋ ਮਹਾਂਪੁਰਸ਼ਾਂ ਦੀ ਵਡਿਆਈ ਪ੍ਰਮਾਤਮਾ ਤੇਰੀ ਹੀ ਵਡਿਆਈ ਹੈ। ਜੀਵਨ ਮਰਨ ਜਨਮ ਪਰਵਾਣ ਜਾਂ ਕੈ ਹਿਰਦੈ ਵਸੈ ਭਗਵਾਨ। ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਪ੍ਰਗਟ ਹੈ, ਉਹਨਾਂ ਦਾ ਜੀਵਨ ਵੀ ਸਫਲਾ, ਉਹਨਾਂ ਦਾ ਮਰਨਾ ਵੀ ਪ੍ਰਵਾਨ ਹੋ ਗਿਆ। ਧਰਮ ਦੀ ਖਾਤਰ, ਦੀਨ ਦੀ ਖਾਤਰ ਉਹ ਜੂਝਦੇ ਨੇ, ਉਹਨਾਂ ਦਾ ਜਾਣਾ ਵੀ ਸਫਲਾ। ਸੋ ਐਸੇ ਸੰਤ ਸਿਪਾਹੀ ਮਹਾਤਮਾ ਬਾਬਾ ਵੀਰ ਸਿੰਘ ਹੋਏ ਨੇ। ਕਹੋ ਨਾਨਕ ਸਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ। ਐਸੇ ਮਹਾਂਪੁਰਸ਼ਾਂ ਦੀ ਸੰਗਤ ਕਰਨ ਵਾਲਾ ਵੀ ਮਹਾਂਪੁਰਸ਼ ਹੋ ਨਿਬੜਦਾ ਹੈ। ਉਹ ਚੰਦਨ ਦੀ ਸੰਗਤ ਰਹਿਣ ਵਾਲੇ ਰੁੱਖ ਚੰਦਨ ਬਣ ਜਾਂਦੇ ਨੇ। ਬਾਬਾ ਮਹਾਰਾਜ ਸਿੰਘ ਜੀ, ਬਾਬਾ ਖੁਦਾ ਸਿੰਘ ਜੀ, ਬੇਅੰਤ ਨਾਮ ਨੇ ਬਾਬਾ ਵੀਰ ਸਿੰਘ ਹੁਣਾਂ ਦੀ ਸੰਗਤ ਵਿੱਚੋਂ ਬ੍ਰਹਮ ਵੇਤੇ ਹੋ ਨਿਬੜੇ। ਸੋ ਐਸੇ ਮਹਾਂਪੁਰਸ਼ ਜਿਹੜੇ ਨੇ, ਉਹਨਾਂ ਦੀ ਅਵਸਥਾ ਬਾਣੀ ਨੇ ਬਿਆਨ ਕੀਤੀ ਹੈ, ਡੈਫੀਨੇਸ਼ਨ ਦਿੱਤੀ ਹੈ। ਆ ਕੱਲਾ ਚੋਲੇ ਨੂੰ ਸੰਤ ਨਹੀਂ ਕਿਹਾ, ਕੋਈ ਵੀ ਪਾ ਸਕਦਾ। 200-400 ਨੂੰ ਮੀਟਰ ਕੱਪੜਾ ਆ ਜਾਂਦਾ, ਕਲੀਆਂ ਵਾਲਾ ਸਵਾ ਲਓ। ਮੈਂ ਇਹ ਨਹੀਂ ਕਹਿੰਦਾ ਵੀ ਬਾਣੇ ਦਾ ਅਦਬ ਨਹੀਂ ਹੈ, ਲਿਬਾਸ ਦਾ ਅਦਬ ਵੀ ਹੈ, ਪਰ ਇੰਨਾ ਕੁ ਅਦਬ ਹੈ, ਕਈ ਵਾਰ ਜਿਹੜਾ ਬਗਲਾ ਹੁੰਦਾ ਹੈ ਨਾ, ਉਹ ਵੀ ਫਾਇਦਾ ਉਠਾ ਲੈਂਦਾ ਹੈ ਚਿੱਟੇ ਰੰਗ ਦਾ, ਵੀ ਲੋਕ ਮੈਨੂੰ ਹੰਸ ਵਾਂਗੂ ਸਤਿਕਾਰ ਦੇਣ। ਹੁਣ ਸੰਤ ਹੈ ਕੌਣ? ਜਨ ਹੈ ਕਿਹੜਾ? ਲਿਬਾਸ ਦੇ ਥੱਲੇ ਜੇ ਤੇ ਇਦਾਂ ਦੀ ਅਵਸਥਾ ਹੈ ਜੋ ਬਾਣੀ ਵਿੱਚ ਲਿਖੀ ਹੈ, ਫਿਰ ਤੇ ਸਿਰ ਝੁਕੇਗਾ ਉਸ ਮਹਾਂਪੁਰਸ਼ ਅੱਗੇ। ਤੋ ਜੇ ਅਵਸਥਾ ਨਹੀਂ ਹੈ, ਲਿਬਾਸ ਹੀ ਸਾਧੂਆਂ ਵਾਲਾ ਹੈ, ਤੇ ਫਿਰ ਉਹ ਲੋਕਾਂ ਦਾ ਸੰਤ ਹੋ ਸਕਦਾ ਹੈ, ਕਿਉਂਕਿ ਆਪਣਾ ਸੁਭਾਅ ਹੈ, ਜਿੱਥੇ ਭੀੜ ਵੇਖੀ ਉੱਥੇ ਮੱਥਾ ਰੱਖ ਦਿੱਤਾ। ਪਰ ਗੁਰੂ ਨਾਨਕ ਦੇ ਖੁਦਾ ਦੇ ਘਰ ਦਾ ਉਹ ਸੰਤ ਨਹੀਂ ਹੈ। ਸੰਤ ਦੀ ਡੈਫੀਨੇਸ਼ਨ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉੱਠਦਿਆਂ ਬਹਿੰਦਿਆਂ ਜਿਹੜਾ ਗੁਰੂ ਨਾਨਕ ਦੇ ਅਕਾਲ ਪੁਰਖ ਦੇ ਗੀਤ ਗਾਉਂਦਾ ਹੈ, ਜੇ ਕਿਧਰੇ ਅੱਖ ਲੱਗ ਜਾਵੇ ਤੇ ਇਹਨੂੰ ਸੁਪਨਾ ਵੀ ਗੁਰੂ ਨਾਨਕ ਦਾ ਹੀ ਆਉਂਦਾ ਹੈ, ਬੁੜਬੜਾਉਂਦਾ ਵੀ ਨਾਮ ਹੈ, ਉਹਨੂੰ ਸੰਤ ਕਿਹਾ। ਦੇਖੋ, ਸੁਪਨਾ ਉਸੇ ਦਾ ਹੀ ਆਵੇਗਾ ਜਿਸ ਨੂੰ ਦਿਨ ਪ੍ਰਤੀ ਦਿਨ ਯਾਦ ਕਰੀਏ। ਮਾਂ ਦਾ ਕਾਕਾ ਪ੍ਰਦੇਸ਼ ਗਿਆ ਹੋਵੇ, ਸਾਰੀ ਦਿਹਾੜੀ ਯਾਦ ਕਰਦੀ ਰਹਿੰਦੀ ਹੈ, ਸੁਪਨੇ ਵਿੱਚ ਆ ਜਾਂਦਾ, ਫਿਰ ਆਂਢੀਆਂ ਗੁਆਂਢੀਆਂ ਨੂੰ ਦੱਸਦੀ ਹੈ ਵੀ ਬੱਚਾ ਸੁਪਨੇ 'ਚ ਆਇਆ ਸੀ। ਕੋਈ ਕਾਮੀ ਬੰਦਾ ਹੈ, ਕੋਈ ਵਾਸ਼ਨਾ ਵਿੱਚ ਇਸਤਰੀ ਹੈ, ਉਹਨੂੰ ਗੈਰ ਮਰਦ ਦਾ ਸੁਪਨਾ ਆਵੇਗਾ, ਕਾਮੀ ਨੂੰ ਗੈਰ ਔਰਤ ਦਾ ਸੁਪਨਾ ਆਵੇਗਾ। ਬਾਣੀਆਂ ਸਾਰੀ ਦਿਹਾੜੀ ਪੈਸੇ ਗਿਣਦਾ ਹੈ, ਉਹਨੂੰ ਸੁਪਨਾ ਵੀ ਪੈਸੇ ਦਾ ਹੀ ਆਵੇਗਾ। ਮਹਾਰਾਜ ਕਹਿੰਦੇ ਮਹਾਂਪੁਰਸ਼ ਸਾਰੀ ਦਿਹਾੜੀ ਅਕਾਲ ਪੁਰਖ ਦੇ, ਗੁਰੂ ਨਾਨਕ ਦੇ ਗੀਤ ਗਾਉਂਦੇ ਨੇ, ਸੁਪਨਾ ਵੀ ਗੁਰੂ ਨਾਨਕ ਦਾ ਹੀ ਉਹਨਾਂ ਨੂੰ ਆਉਂਦਾ ਹੈ। ਸੋਵਤ ਨਾਮ, ਕਿਤੇ 1 ਘੰਟਾ ਆਰਾਮ ਵੀ ਕਰ ਲੈਣ ਤੇ ਬੁੜਬੜਾਉਂਦੇ ਵੀ ਨਾਮ ਨੇ। ਇਹੀ ਸਾਧੂਆਂ ਦਾ ਕਰਮ ਹੈ।
ਇਹੀ ਸਾਧੂਆਂ ਦੇ ਲੱਛਣ ਨੇ। ਕਹਿੰਦੇ ਕਿਹੜਾ ਹੈ ਜਿਹੜਾ ਨਾਮ ਬੁੜਬੁੜਾਵੇ? ਮਹਾਰਾਜ ਦੱਸਦੇ ਨੇ, ਜਾਂ ਕੋ ਆਇਓ ਏਕ ਰਸਾ, ਖਾਨ ਪਾਨ ਆਨ ਨਹੀਂ ਖੁਦਿਆ, ਤਾਂ ਕੈ ਚਿਤ ਨਾ ਬਸਾ। ਮਹਾਰਾਜ ਆਖਣ ਲੱਗੇ, ਜਿਸ ਬੰਦੇ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ, ਉਹਨੂੰ ਫਿਰ ਛਕਣ ਛਕਾਉਣ ਦੀ, ਦੁਨਿਆਵੀ ਪਦਾਰਥਾਂ ਦੀ, ਸੰਸਾਰ ਦੀ ਭੁੱਖ ਨਹੀਂ ਰਹਿ ਜਾਂਦੀ। ਉਪਰਾਮ ਹੋ ਜਾਂਦਾ ਹੈ, ਧਨ ਦੌਲਤ ਸ਼ੋਹਰਤ ਵਿੱਚ ਰਹਿੰਦਾ ਹੋਇਆ। ਦੇਖੋ, ਮਨ ਦੇ ਭਾਂਡੇ ਵਿੱਚ ਜਾਂ ਸੰਸਾਰ ਦਾ ਰਸ ਟਿਕਣਾ ਹੈ, ਜਾਂ ਨਿਰੰਕਾਰ ਦਾ ਰਸ ਟਿਕਣਾ ਹੈ। ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਰਸ ਹੈ। ਸਾਧੂ ਉਹ ਹੈ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦਾ ਰਸ ਹੈ। ਔਰ ਜਿੱਥੇ ਨਾਮ ਰਸ ਟਿਕ ਜਾਵੇ, ਉੱਥੇ ਸੰਸਾਰ ਰਸ ਲਈ ਜਗ੍ਹਾ ਨਹੀਂ ਹੁੰਦੀ। ਹੁਣ ਜਿਹਦੇ ਹੱਥ ਵਿੱਚ ਹੀਰਾ ਹੋਵੇ, ਉਹਨੇ ਕੱਚ ਕੀ ਕਰਨਾ ਹੈ? ਉਹ ਸੁੱਟ ਦੇਵੇਗਾ। ਤੇ ਜਿਹਨੂੰ ਹੀਰਾ ਨਹੀਂ ਮਿਲਿਆ, ਉਹ ਕੱਚ ਹੀ ਸਾਂਭ ਕੇ ਬੈਠਾ ਰਹਿੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ, 52 ਕਵੀਆਂ ਚੋਂ ਸਿਰਮੌਰ ਕਵੀ, ਉਹ ਫਾਰਸੀ ਵਿੱਚ ਬਚਨ ਕਹਿੰਦੇ ਨੇ, ਜ਼ਿਕਰੇ ਯਾਦ ਹੱਕ ਕਿ ਉਹ ਬਾਸ਼ਿਦ ਲਾਜ਼ੀਜ਼, ਅਜ਼ ਹਮਾ ਮੇਵਾ ਕਿ ਉਹ ਬਾਸ਼ਿਦ ਲਾਜ਼ੀਜ਼। ਪਰਮਾਤਮਾ ਦਾ ਨਾਮ ਇੰਨਾ ਕੁ ਮਿੱਠਾ ਹੈ, ਕਹਿੰਦੇ ਕੋਈ ਵੀ ਮਿਠਾਸ ਨਾਲ ਭਰਪੂਰ ਮੇਵਾ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਇੰਨਾ ਕੁ ਸਵਾਦਲਾ ਨਾਮ ਹੈ, ਉਹਦੇ ਕੰਪੈਰੇਟਿਵਲੀ ਉਹਦੇ ਤੁਲ ਕੁਝ ਹੋਰ ਮਿੱਠਾ ਨਹੀਂ ਹੈ। ਸੰਸਾਰ ਸਾਨੂੰ ਤਾਂ ਮਿੱਠਾ ਲੱਗਦਾ ਕਿਉਂਕਿ ਹਰੇ ਨਾਮ ਮਿੱਠਾ ਨਹੀਂ ਲੱਗਿਆ। ਜਿਹਨੂੰ ਅੰਮ੍ਰਿਤ ਮਿਲ ਜਾਵੇ, ਉਹਨੇ ਜ਼ਹਿਰ ਕਿਉਂ ਪੀਣਾ ਹੈ? ਜਿਸ ਮਨ ਦੇ ਭਾਂਡੇ ਵਿੱਚ ਨਾਮ ਟਿਕ ਜਾਵੇ, ਉੱਥੇ ਸੰਸਾਰ ਨਹੀਂ ਟਿਕਦਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਮਾਂ ਨੇ ਸ਼ੱਕਰ ਦਾ ਲਾਲਚ ਦੇ ਕੇ 5 ਵਕਤ ਦਾ ਨਮਾਜ਼ੀ ਬਣਾ ਲਿਆ ਬਾਬੇ ਫਰੀਦ ਨੂੰ। ਇੱਕ ਦਿਨ ਮਾਂ ਨੇ ਸ਼ੱਕਰ ਨਾ ਰੱਖੀ, ਇਤਿਹਾਸਕਾਰ ਕਹਿੰਦੇ ਨੇ ਉਹ ਭੁੱਲ ਗਈ, ਕਿਸੇ ਕਾਰੇ ਚਲੀ ਗਈ। ਖੈਰ, ਨਾਮ ਚੋਂ ਮਿਠਾਸ ਆਈ, ਨਾਮ ਦੀ ਬਖਸ਼ਿਸ਼ ਹੋਈ। तो मां ने पूछा है, बाबे फरीद नूं भी मैं शक्कर नहीं रख सकी, तो बच्चा आनंद प्राप्त होया कि नहीं? अजमत ऐसी हुई, कहते जदों मसला झाड़िया तो शक्कर निकल आई सी। परमात्मा कृपा कर दिंदा है। तो बाबा जी कहते मां अगे नालों बहुत ही मिठी सी शक्कर, और मां आश्चर्य है, हैरान है भी मैं शक्कर नहीं रखी। ये खुदा ने कोई अगमी कौतुक वरतिया है। खैर उहदे बाद शक्कर की लोड़ भी ना रही। तो मां ने पूछना, हुण मिठास प्राप्त होंदी है, आनंद मिलता है जदों नमाज पढ़ते हो। तो बाबा फरीद कहते मां देख, शक्कर भी मिठी सी, खंड मिठी है, जो भी पदार्थ तू दिंदी रही है मिठास नाल सबो पदार्थ भरपूर सन, पर नाम दे तुल रंचक मात्र भी हस्ती नहीं रखते। इहदी मिठास ऐसी है, एक बार जिसनों प्राप्त हो गई फिर दुनियावी पदार्थां चों रस नहीं आउंदा। बाकी शक्कर खंड जदों खाओगे 2-4 मिनट ही मिठास रहिंदी है, फिर मिठास नहीं रहिंदी। सो नाम दा नशा ऐसा है, नाम दी मिठास ऐसी है। नाम दा चस्का इदां है जिद्दां किसी राजे नूं तख्त दा चस्का हुंदा है। राजन मह राजा उरढ़ायो, मानन मह अभिमानी। जिवें राजा एक राज भाग भोगदा होया भी नहीं तृप्त हुंदा, कहंदा मैं हुण आंढियां गवांढियां दा राज भी जित लवां। ਉਹਨੂੰ ਰਾਜ ਚੋਂ ਰਸ ਆਉਂਦਾ। 90 ਸਾਲਾਂ ਦਾ ਰਾਜਾ ਹੋ ਜਾਵੇ, ਕਿਤੇ ਤਖਤ ਛੱਡਦਾ ਹੈ? ਨਹੀਂ ਛੱਡੇਗਾ।
ਔਰੰਗਜ਼ੇਬ 95 ਦੇ ਇਰਦ ਗਿਰਦ ਦੀ ਉਮਰ ਭੋਗ ਕੇ ਮਰਿਆ ਹੈ, ਪਰ ਜਿਉਂਦਿਆਂ ਜੀ ਤਖਤ ਨਹੀਂ ਦਿੱਤਾ ਉਸਨੇ। ਇਹ ਨਸ਼ਾ ਹੈ ਤਖਤ ਦਾ, ਬੜਾ ਔਖਾ ਹੈ ਛੱਡਣਾ। ਰਾਜੇ ਰਸ ਮਾਣਦੇ ਨੇ ਤਖਤ ਦਾ, ਅਭਿਮਾਨੀ ਬੰਦੇ ਨੂੰ ਜਾਤ ਦਾ ਮਾਣ ਹੈ, ਪੈਸੇ ਦਾ ਮਾਣ ਹੈ। ਜਿਵੇਂ ਕਿਸੇ ਮਾਣ ਵਿੱਚ ਸਰਸਾਰ ਬੰਦੇ ਨੂੰ ਤਖਤ ਦਾ, ਦੌਲਤ ਦਾ, ਸ਼ੌਹਰਤ ਦਾ ਮਾਣ ਹੈ, ਸਾਧੂ ਨੂੰ ਨਾਮ ਦਾ ਆਸਰਾ ਹੁੰਦਾ ਹੈ, ਨਾਮ ਚੋਂ ਰਸ ਆਉਂਦਾ ਹੈ। ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ। ਲੋਭੀ ਬੰਦੇ ਨੂੰ ਹੁੰਦਾ ਵੀ ਸਾਰਾ ਪਿੰਡ ਲੁੱਟ ਕੇ ਆਪਣਾ ਘਰ ਭਰ ਲਵਾਂ, ਅਗਲੇ ਦੇ ਨਿਆਣਿਆਂ ਦਾ ਭਾਵੇਂ ਢਿੱਡ ਪਾੜਨਾ ਪੈ ਜਾਵੇ, ਆਪਣੇ ਪਾਲਣੇ ਨੇ। ਤੁਸੀਂ ਰੋਜ਼ ਬਾਣੀ ਵਿੱਚ ਪੜ੍ਹਦੇ ਹੋ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਕਿਸੇ ਦੀ ਘਰ ਵਾਲੀ ਦੀ ਬੁਰਕੀ ਖੋਵੇਗਾ, ਗਵਾਂਢੀਆਂ ਦੇ ਬੱਚਿਆਂ ਦੀ ਬੁਰਕੀ ਖੋਵੇਗਾ ਆਪਣੇ ਪਾਲਣ ਦੇ ਲਈ। ਤੋ ਮਹਾਰਾਜ ਕਹਿੰਦੇ ਲੋਭੀ ਨੂੰ ਰਸ ਹੈ ਪੈਸੇ ਦਾ, ਏਦਾਂ ਰਸ ਨਾਮ ਦਾ ਮਹਾਂਪੁਰਸ਼ਾਂ ਨੂੰ ਹੁੰਦਾ ਹੈ, ਸਾਧੂਆਂ ਨੂੰ ਹੁੰਦਾ ਹੈ। ਇਉਂ ਗਿਆਨੀ ਜਨ ਨਾਮ ਵਿੱਚ ਰਚੇ ਹੁੰਦੇ ਨੇ। ਅੱਗੇ ਉਦਾਹਰਣ ਦਿੱਤੀ ਹੈ, ਅਮਲਨ ਸਿਉ ਅਮਲੀ ਲਪਟਾਇਓ, ਭੂਮਨ ਭੂਮ ਪਿਆਰੀ। ਅਮਲੀ ਬੰਦਾ ਫੀਮ ਖਾਵੇ, ਪੋਸਤ ਖਾਵੇ, ਕੋਈ ਵੀ ਅਮਲ ਕਰੇ, ਤਾਂ ਤੁਸੀਂ ਇੱਕ ਗੱਲ ਵੱਲ ਧਿਆਨ ਦਿਓ, ਜਦੋਂ ਉਹਦਾ ਨਸ਼ਾ ਟੁੱਟਦਾ ਹੈ ਨਾ, ਨਹੀਂ ਮਿਲਦਾ, ਉਹਨੂੰ ਕੋਈ ਵੀ ਲਾਲਚ ਦਿਓ ਦੁਨੀਆ ਦਾ, ਵੀ ਚੱਲ ਤੈਨੂੰ ਅਮਲੀਆ ਮੰਤਰੀ ਬਣਾ ਦਈਏ, ਤੈਨੂੰ ਕੋਈ ਕੁਰਸੀ ਦਵਾ ਦਈਏ, ਤੋ ਅਮਲੀ ਆਖੇਗਾ ਮੈਂ ਅੱਗ ਲਾਉਣੀ ਹੈ ਤਖਤੋ ਤਾਜ ਨੂੰ, ਨਸ਼ੇ ਦਾ ਪ੍ਰਬੰਧ ਕਰੋ, ਜਾਨ ਨਿਕਲ ਰਹੀ ਹੈ। ਪ੍ਰਾਇਓਰਿਟੀ ਅੰਗਰੇਜ਼ੀ ਦਾ ਲਫ਼ਜ਼ ਹੈ, ਪਹਿਲ। ਜਿੱਥੇ ਰਸ ਹੈ ਬੰਦਾ ਉੱਥੇ ਹੀ ਦਵੇਗਾ। ਅਮਲੀ ਨੂੰ ਨਸ਼ੇ ਚੋਂ ਰਸ ਆਉਂਦਾ ਹੈ, ਸੋ ਉਹਦੇ ਲਈ ਨਸ਼ੇ ਦੇ ਤੁਲ ਦੁਨੀਆ ਤੇ ਦੂਜਾ ਕੋਈ ਪਦਾਰਥ ਨਹੀਂ ਹੈ। ਅੱਗੇ ਕਹਿੰਦੇ ਨੇ ਭੂਮਨ ਭੂਮ ਪਿਆਰੀ। ਪੁਰਾਣੇ ਸਮਿਆਂ ਵਿੱਚ ਆਪਾਂ ਵੇਖਿਆ, ਚੌਧਰੀ ਹੋਇਆ ਕਰਦੇ ਸਨ, ਸਾਰੇ ਪਿੰਡ ਦੀ ਜ਼ਮੀਨ ਉਹਨਾਂ ਕੋਲ ਹੁੰਦੀ ਸੀ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਿਸਟਮ ਖਤਮ ਕੀਤਾ ਸੀ ਭਾਰਤ ਵਰਸ਼ ਵਿੱਚੋਂ। ਜਿਨ੍ਹਾਂ ਦਾ ਹੱਕ ਬਣਦਾ ਸੀ, ਜਿਹੜੇ ਮੁਸ਼ੱਕਤਾਂ ਘਾਲਦੇ ਸਨ, ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ। ਖੈਰ, ਔਰ ਇਹ ਨਾ ਸਮਝਿਓ ਵੀ ਜ਼ਮੀਨਾਂ ਏਦਾਂ ਹੀ ਮਿਲ ਗਈਆਂ। ਉਹ ਜਿਹੜੀ ਜਗ੍ਹਾ ਤੇ ਮੁਸ਼ੱਕਤ ਘਾਲੀ ਜਾਂਦੀ ਸੀ, ਜਿਵੇਂ ਸਰਹੰਦ ਦਾ ਜਿਹੜਾ ਪਰਗਣਾ ਸੀ, ਜਦੋਂ ਜਿੱਤ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਅੱਜ ਦੇ ਦਿਨ ਸਰਹੰਦ ਫਤਿਹ ਦਿਵਸ ਮਨਾਇਆ ਜਾਂਦਾ ਹੈ ਲੋਕਾਈ ਅੰਦਰ, 1700 ਇਹ ਕੋਈ 10 ਦੀ ਗੱਲ। ਉੱਥੇ ਫਿਰ ਜਿਹਦੇ ਕੋਲ 4 ਟਕੇ ਸਨ ਮੁਸ਼ੱਕਤ ਘਾਲਣ ਵਾਲੇ ਕੋਲ, ਉਹ ਕਰ ਅਦਾ ਕਰਕੇ ਜ਼ਮੀਨ ਲੈ ਲੈਂਦਾ ਸੀ। ਸੋ ਜਿਹੜੀ ਅੱਜ ਤੁਸੀਂ ਜ਼ਮੀਨ ਵੇਚਦੇ ਹੋ ਕਿਸਾਨਾਂ ਕੋਲ, ਥੋੜਾ ਬਹੁਤਾ ਕਰ ਦੇ ਕੇ, ਉਦੋਂ ਕੀਮਤ ਨਹੀਂ ਸੀ, ਲੈ ਲੈਂਦੇ। 36 ਲੱਖ ਆਮਦਨੀ ਸੀ ਸਰਹੰਦ ਸੂਬੇ ਦੀ। ਬਾਬਾ ਬਾਜ ਸਿੰਘ ਗਵਰਨਰ ਥਾਪਿਆ ਸੀ, ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ। ਖੈਰ, ਭੂਮੀ ਪਿਆਰੀ ਹੈ ਚੌਧਰੀ ਨੂੰ, ਜ਼ਮੀਨ ਪਿਆਰੀ ਹੈ ਜੱਟ ਨੂੰ। ਤੋ ਜਿਵੇਂ ਉਹਨੂੰ ਹੁੰਦਾ ਹੈ ਵੀ ਮੈਂ ਚਾਹੇ ਘੱਟ ਖਾ ਲਵਾਂ, ਸਾਦਾ ਪਹਿਨ ਲਵਾਂ, ਪਰ ਜਿਹੜੀ ਜ਼ਮੀਨ ਕਿਧਰੇ ਵਟ ਸਾਂਝੀ ਹੈ, ਮਿਲਦੀ ਹੈ, ਉਹ ਨਾ ਛੱਡਾਂ, ਭਾਵੇਂ ਕਰਜ਼ਾ ਲੈਣਾ ਪੈ ਜਾਵੇ। ਜ਼ਮੀਂਦਾਰ ਜ਼ਮੀਨ ਨਾਲੋਂ ਵੱਧ ਕੇ ਹੋਰ ਕਿਸੇ ਨਾਲ ਪਿਆਰ ਨਹੀਂ ਕਰਦਾ। ਏਦਾਂ ਸਾਧੂ ਨੂੰ ਨਾਮ ਦੇ ਤੁਲ ਕੁਝ ਹੋਰ ਨਹੀਂ ਜਾਪਦਾ, ਉਹਨੂੰ ਅਮਲੀ ਨਾਮ ਦਾ ਹੈ। ਖੀਰ ਸੰਗ ਬਾਰਕ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ। 5-6 ਮਹੀਨਿਆਂ ਦਾ ਕਾਕਾ ਹੋਵੇ ਨਾ, ਉਹਦੀ ਸਮਰੱਥਾ ਨਹੀਂ ਹੈ ਉਹ ਭੋਜਨ ਪਚਾ ਸਕੇ, ਉਹਦਾ ਆਸਰਾ ਹੈ ਮਾਂ ਦਾ ਦੁੱਧ। ਜਦੋਂ ਫਿਰ ਉਸ ਨੂੰ ਭੁੱਖ ਲੱਗਦੀ ਹੈ, ਨਾਨੀਆਂ, ਮਾਸੀਆਂ, ਚਾਚੀਆਂ, ਤਾਈਆਂ ਕੁਛੜ ਚੁੱਕ ਕੇ ਮੂੰਡ ਪਰੋਸਣ, ਪਿਓ ਚਾਹੇ ਲੱਖ ਰੁਪਏ ਦਾ ਖਿਡੌਣਾ ਲਿਆ ਦਵੇ,
मां दे दुध दी तमश दुध पी के ही मिटेगी, बच्चा चुप नहीं करेगा। ओदा आधार दुध है। सो महाराज कहंदे साधु नूं आसरा है नाम दा, जिवें बच्चे नूं मां दे दुध दा आसरा है। मां दे दुध दा बदल बच्चे लई कोई नहीं है। साधु नूं नाम तो बिना होर कोई बदल चाहिदा ही नहीं है। सो ऐसा हित नाम नाल साधु करदे ने। विद्या महै विद्वंसी रचिया, नैन देख सुख पावै। विद्वान बंदा किताबां चों रस लैंदा है, सारी दिहाड़ी किताबां पढ़ी जांदा है, वेख वेख के दिदारे करके पुस्तकां दे रस लैंदा है। इउं महापुरुष बाणी पढ़ पढ़ के रस लैंदे ने, गुरु ग्रंथ साहिब दे दर्शन करके रस लैंदे ने। जैसे रसना साध लुभानी, त्यों हर जन हर गुण गावै है। जिवें किसे पेटू बंदे नूं पदार्थां दा भोजन दा चस्का हुंदा है। कईयां नूं कदे विआह दा कार्ड दे आओ ना ते 2-2 दिन लंगर ही घरों नहीं छकदे, भी उत्थे सदा आया है। टोकरा रोटियां दा खा जाना, जिवें गां किसी ने सदा देना ही ना होवे। लंगर विच भी कई इसे कर्म लई आउंदे ने। दुनी चंद की करदा सी गुरु गोबिंद सिंह हुणां दे दर ते? टोकरा रोटियां दा खांदा, तन दी खुराक लैंदा रिहा, मन दी खुराक लई ना गई। तो तन दी खुराक तक सीमित सी। जिस दिन भीड़ पई, मन टिकिया ना मुसीबत दे अगे, पिठ दे के गुरां नूं दौड़िया। तो सारे इतिहास तो वाकफ हो। किला टप्पण लगा, नंदा दी पुरी दा रस्सा टुट गया, लत टुट गई, साथी चुक के अमृतसर लै गए, छप लड़के मोया। जिनकी चीरी दरगह पाटी तिन्ना मरना। भाई खैर जी नूं जुबान दा चस्का है, उन्हों भोजन तो बिना होर किधरे भी प्रीति नहीं है, रस नहीं आउंदा। जिवें लोभी नूं पैसे दा रस है, कामी नूं कामनी दा रस है, राजे नूं तख्त दा रस है, अमली नूं अमल दा रस है, पेटू नूं भोजन दा रस है, इउं साधु नूं नाम दा रस है। ते जे ते इदां दा कोई जापदा है तुहानूं चोला पहन के बैठा, ते ओ संत है अकाल पुरख गुरु नानक दे करदा। बाकी तुहाडे संत हो सकदे ने, मुबारक ने। ये गुरु ग्रंथ साहिब दी डेफिनेशन है। ये नहीं कह सकदे भी संत हुंदे नहीं। हीरे थोड़े ही हुंदे ने, कच बहुता हुंदा है। वो हीरा सी जिहदी याद विच अज बैठे हो, ब्रह्म ज्ञानी महात्मा बाबा वीर सिंह। एवें नहीं 365 दे करीब गुरुद्वारे उस महापुरुष दे नाम दे बने। गुरुद्वारे हुंदे कादे लई ने? गुरु द्वारा होए सोझी पाए सी, सिੱਖੀ प्रफुल्लित होवे, मनुखता नूं सोझी मिले। उस महापुरुष दे अदब विच ही 450 दे करीब गुरुद्वारा संगतां उसारिया होया है। और फिर हर गुरधाम विच लंगर वरतदा है भी साल चों एक दिन एक स्थान ते भी तूं टिके ते भुखा ना रवें। तन दी खुराक लंगर मिले ते मन दी खुराक नाम बाणी प्राप्त होवे। तैनूं जिन्हां नूं नाम दा रस आया, महिमा उन्हां दी। बाकी जिहड़ी बहुतियां दी गल है उहदे बारे भी बाणी कहंदी है, निस दिन मायाकार ने प्राणी डोलत नीत, कोटन मैं नानक को नारायण जिहे चीत। करोड़ां चों एक है जिहदे अंदर नाम दा रस है, परमात्मा प्रगट है। बाकी माया नूं ही मन विच टिका के बैठे ने, डोलदे ने माया दे पिछे। बहुतिआं नूं माया दा ही रस है। जिहड़े महापुरुष हुंदे ने बेपरवाह हुंदे ने, माया दा लभ नहीं हुंदा, माया चरनां विच पई रहिंदी है। देखो हैदराबाद मुशहरा सी, मिर्जा गालिब उथे पहुंचे, निजाम सी हैदराबाद दा, मुस्लिम स्टेट सी उदों, पुराना जमाना है। हैदराबाद दे गोलकुंडा विच हीरियां दी मशहूर खान सी। हीरे निकलदे सन, पत्थर नूं तराशिया जांदा सी, हीरे बनाए जांदे सन। पत्थर दी नस्ल ही कुछ ऐसी सी। तो कदे कदे खान विच खोज लभदे लभदे कीमती पत्थर मिल जाना, उन्होंने तराश के हीरा बना लेना। एक खानगाह ने गालिब ते तरस कीता। गालिब एक फकीर सी, शायर भी सी।
तो वो बंदा मफलिस है, गरीब है, पैरां विच जोड़ा नहीं चजदा, तन ते लिबास नहीं चजदा। वो खानगा ने वेखिया गालिब वल, तरस कीता, ये लिबास पाटिया वेख के तो वो फकीर नूं आखण लगा खानगा भी गालिब एक कपड़े फटे हुए ने, जिहड़ी शेरवानी पाई है उहनूं भी टंके लगे ने, वो भी पाटी हुई है। कहंदा केड़े शेरो शायरी दे चक्रां विच पिया होया है, शागिर्द बन जा मेरा, मेरे कर्म विच हथ वंडाया कर, पहाड़ां दे सीने चीर के हीरे किवें कड्ढी देने मैं तैनूं सिखा दवांगा, माला माल कर दवांगा तैनूं, अमीरी मिल जावेगी तैनूं। गालिब अगों जवाब दिंदा है, बेपरवाह संत सी, माया दा गुलाम नहीं सी हुंदा ते डिग पैंदा उत्थे ही, चल हीरे लभण चलीए। उन्हें जवाब दिता खानगा नूं, कहंदा गल सुन खानगाहा, खाना खोदण वाले वपारिया, तू मेरा शागिर्द बन, मैं तैनूं दसांगा अपना सीना चीर के, अंतर ध्यान होके सुकून किवें कढीदा है, ज्ञान किवें कढीदा है, खुदा किवें प्रगट करीदा है। तेरे ये हीरे ये खाना एक दिन मिट जानियां ने, जिसने खुदा रूपी हीरा जहन विच प्रगट कर लिया, ना खुदा ही मिटदा है, ना प्राप्ति करन वालियां दा नाम ही मिटदा है। गालिब कहंदा मैनूं तेरे हीरियां दी लोड़ नहीं है, शागिर्द मेरा बन, मैं तैनूं अंतर ध्यान होना सिखा दवां, सीना चीरना सिखा दवां, अंतर जोत नाल मिलना किवें है सिखा देवां। फारसी दे बोलने उस महापुरुष दे, वो कहंदा है सुखन क्या कह नहीं सकते, जोया हूं जे जौहर का, जिगर क्या हम नहीं रखते, जो खो दें जाके मेदन को। सानू की लोड़ पई है हीरे लभण दी, असीं खुदा रूपी हीरा लभ्या होया है। इहनूं कहिंदे ने करोड़ां चों एक हुंदा है जिहदे अंदरों परम ईश्वर रूपी हीरा प्रगट हुंदा है। बाणी कहिंदी है परमात्मा हर जगह है, तुहाडे अंदर भी है, मेरे अंदर भी है, खंडां ब्रह्मंडां विच भी है। जे नहीं है ते साडे मन विच नहीं है, ते जिन्ने मन विच प्रगट कर लिया उहनूं संत कहा है, उहनूं महापुरुष कहा है, उहनूं महात्मा कहा जांदा है। कहंदा तू खान खोद के चमकीले पत्थर कढदा है, मैं दिल दी खोज करके सत संतोख दया धर्म महान गुण कढदा हां। जेड़े इन्हां गुणां दे सहित होए वो महापुरुष ने, उन्हां नूं कहा है संतन अवर ना काहू जानी, बेपरवाह सदा रंग हर कै जाको पाख। स्वामी महापुरुष बेपरवाह हुंदे ने, राजियां दी मुथाजी नहीं रखदे, अमीरां दी मुथाजी नहीं रखदे। ऊच समाना ठाकुर तेरो, अवर ना काहू तानी, ऐसो अमर मिलियो भगतन को राज, रहे रंग ज्ञानी। असल उच्चे परमेश्वर दे दर दे गुलाम हुंदे ने, होरो किसे दे अधीन नहीं हुंदे। उन्हां नूं परमात्मा अमरा पदवी बख्शदा है, वो अमर हो जाते ने नाम करके, जेड़े परमात्मा विच रस लैंदे ने। रोग सोग दुख जरा मरा, हर जनह नहीं निकटानी। महाराज कहंदे रोगां सोगां तो रहत, रोग सोग इत्थे विकारां नूं किया, काम क्रोध लोभ मोह हंकार। जरा बुढ़ेपे नूं कहा जाता है, बुढ़ेपे विच बंदा ढेरी ढा दिंदा। कहंदा महापुरुष शरीर करके बिरध भी हो जाण ते विकारां अगे ढेरी नहीं ढाउंदे, फिर वो मरदे नहीं। तुसीं आखोगे शरीर करके ते बाबा वीर सिंह होणी भी नहीं रहे, ना कोई साकत रहिंदा ना संत रहिंदा। इत्थे मौत कहा है नामणे दा मिट जाना। कहंदे वो महात्मा जिन्हां परमेश्वर अंदर प्रगट कर लिया, वो मरदे नहीं, भाव नाम उन्हां दा अमर रहिंदा है, उन्हां दा नाम मिटदा नहीं है। निरभउ होए रहै लिव एक है,
ਨਾਨਕ ਹਰ ਮਨ ਮਾਨੀ ਉਹ ਨਿਰਭਉ ਹੁੰਦੇ ਨੇ, ਅਮਰਾ ਪਦਵੀ ਦੇ ਮਾਲਕ ਹੁੰਦੇ ਨੇ, ਪਰਮੇਸ਼ਵਰ ਤੋਂ ਬਿਨਾਂ ਕਿਸੇ ਨੂੰ ਸਜਦਾ ਨਹੀਂ ਕਰਦੇ। ਬਾਬਾ ਵੀਰ ਸਿੰਘ ਐਸੇ ਮਹਾਪੁਰਸ਼, ਪਿੰਡ ਗੱਗੋਬੂਹਾ, ਅੰਮ੍ਰਿਤਸਰ ਤਰਨ ਸਾਹਿਬ ਦਾ ਇਲਾਕਾ, ਬਿਕਰਮੀ ਸੰਮਤ 1825, ਪਿਤਾ ਸਰਦਾਰ ਸੇਵਾ ਸਿੰਘ, ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਇੱਕ ਬਾਲਕ ਦਾ ਆਗਾਜ਼ ਹੋਇਆ। ਵੇਖੋ ਬਖਸ਼ੀਆਂ ਰੂਹਾਂ ਅਜਾਈ ਨਹੀਂ ਦੁਨੀਆ ਤੇ ਪ੍ਰਗਟ ਹੁੰਦੀਆਂ। ਮਾਂ ਪਿਓ ਬੰਦਗੀ ਵਾਲਾ, ਇਬਾਦਤ ਵਾਲਾ ਚਾਹੀਦਾ ਹੈ ਜੇ ਕਿਸੇ ਮਹਾਪੁਰਸ਼ ਨੂੰ ਦੁਨੀਆ ਤੇ ਲਿਆਉਣਾ ਹੋਵੇ। ਬਾਣੀ ਨੇ ਤਾਂ ਹੀ ਇਹ ਮੋਹਰ ਲਾਈ ਹੈ ਵੀ ਮਾਂ ਵੀ ਧਨ ਹੈ, ਪਿਓ ਵੀ ਧਨ ਹੈ, ਕੁੱਲ ਵੀ ਧਨ ਹੈ, ਜਿੱਥੇ ਮਹਾਪੁਰਸ਼ ਪ੍ਰਗਟ ਹੋ ਜਾਵੇ। ਇੱਥੇ ਨਿੰਦਕ ਆਖਣਗੇ ਸਾਧੂ ਦੀ ਉਪਮਾ ਨਾ ਕਰੋ, ਬਾਣੀ ਨੇ ਸਾਧ ਦੇ ਮਾਂ ਪਿਓ ਦੀ ਵੀ ਉਪਮਾ ਕਰ ਦਿੱਤੀ ਹੈ। ਕਿੱਥੇ ਦੌੜੇਗਾ ਨਿੰਦਕ? ਕਈ ਕਹਿੰਦੇ ਸੰਤ ਨਹੀਂ ਹੁੰਦੇ, ਬਾਣੀ ਕਹਿੰਦੀ ਹੈ ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਣੇ। ਇੰਗਲਿਸ਼ ਦੇ ਟੀਕਾਕਾਰ ਕਹਿੰਦੇ ਨੇ ਬਲੈਸਡ ਇਜ਼ ਦਾ ਮਦਰ, ਬਲੈਸਡ ਇਜ਼ ਦਾ ਫਾਦਰ, ਬਲੈਸਡ ਇਜ਼ ਦਾ ਲੀਨੇਜ। ਇਹ ਮੈਂ ਭਾਵਨਾ ਵਿੱਚ ਬਹਿ ਕੇ ਨਹੀਂ ਅਰਥ ਕਰ ਰਿਹਾ। ਬੜੇ ਬੜੇ ਡਾਕਟਰ ਵਿਦਵਾਨ ਕਹਿੰਦੇ ਨੇ ਮਾਂ ਧਨ, ਪਿਓ ਧਨ, ਕੁੱਲ ਧਨ। ਕਿਹਨਾਂ ਦੀ ਪੁੱਛੋ? ਕਹਿੰਦੇ ਨੇ ਜਿਨ ਸਾਸ ਗਿਰਾਸ ਧਿਆਇਆ ਮੇਰਾ ਹਰ ਹਰ, ਸੇ ਸਾਚੀ ਦਰਗਹਿ ਹਰ ਜਨ ਬਣੇ। ਜਿਨ੍ਹਾਂ ਹਰ ਸਾਹ ਦੇ ਨਾਲ ਪਰਮਾਤਮਾ ਨੂੰ ਧਿਆਇਆ ਹੈ ਉਹੀ ਜਨ ਨੇ, ਉਹੀ ਮਹਾਪੁਰਸ਼ ਨੇ। ਸੋ ਬਾਬਾ ਜੀ ਦੇ ਪਿਤਾ ਇੱਕ ਸਿੱਖ ਜਗਤ ਦਾ ਮਹਾਨ ਜਰਨੈਲ ਹੋਇਆ ਹੈ, ਬਾਬਾ ਹਰੀ ਸਿੰਘ ਨਲੂਆ। ਮੈਂ ਸਿੱਖ ਜਗਤ ਦਾ ਨਾਂ ਕਵਾਂ, ਸਮੁੱਚੀ ਲੋਕਾਈ ਅੰਦਰ ਉਹਦੇ ਤੁੱਲ ਕੋਈ ਜਰਨੈਲ ਨਹੀਂ ਹੋਇਆ। ਇਹ ਬੜੇ ਬੜੇ ਯਾਹੂ ਮੈਸੇਂਜਰ, ਬੜੀਆਂ ਬੜੀਆਂ ਵੈਬਸਾਈਟਾਂ ਤੇ ਦੁਨੀਆ ਨੇ ਸੈਂਸਸ ਕੱਢਿਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਨਹੀਂ ਹੋਇਆ, ਔਰ ਗਵਰਨਰ ਕੋਈ ਹਰੀ ਸਿੰਘ ਨਲੂਏ ਵਰਗਾ ਨਹੀਂ ਹੋਇਆ। ਹਰੀ ਸਿੰਘ ਨਲੂਆ ਗਾਂਡੀਵ ਸੂਰਾ ਸੀ, ਔਰ ਇਹ ਜਿਹੜੀ ਖਾਲਸਾ ਫੌਜ ਹੈ ਇਹਦਾ ਸਿੱਕਾ ਉਸ ਵੇਲੇ ਬੁਲੰਦ ਸੀ। ਔਰ ਇਸ ਫੌਜ ਦੇ ਵਿੱਚ ਹੀ ਬਾਬਾ ਵੀਰ ਸਿੰਘ ਹੁਣਾਂ ਦੇ ਪਿਤਾ ਨੌਕਰੀ ਕਰਦੇ ਸਨ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਪਿਤਾ ਉਸ ਸਮੇਂ ਇੱਕ ਫੌਜੀ ਦਸਤੇ ਦੇ ਆਗੂ ਸਨ। ਉੱਥੇ ਬਾਬਾ ਵੀਰ ਸਿੰਘ ਹੁਣਾਂ ਦੇ ਪਿਤਾ ਜੌਬ ਕਰਿਆ ਕਰਦੇ ਸਨ। ਸਮਾਂ ਆਇਆ, ਮੁਲਤਾਨ ਵਿੱਚ ਜੰਗ ਹੋਈ ਮੁਗਲਾਂ ਦੇ ਨਾਲ, ਪਠਾਨਾਂ ਦੇ ਨਾਲ। ਬਾਬਾ ਵੀਰ ਸਿੰਘ ਹੁਣਾਂ ਦੇ ਪਿਤਾ ਸ਼ਹੀਦੀ ਪ੍ਰਾਪਤ ਕਰ ਗਏ। ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਸੂਰਮੇ ਹੀ ਸ਼ਹੀਦ ਹੁੰਦੇ ਨੇ, ਜਿਹੜੇ ਪਿੱਠ ਦਿੰਦੇ ਨੇ ਮੈਦਾਨੇ ਜੰਗ ਨੂੰ, ਅਤੇ ਜੂਨਾਂ ਵਿੱਚ ਭਰਮਾਏ ਜਾਂਦੇ ਨੇ। ਬਾਬਾ ਵੀਰ ਸਿੰਘ ਤੇ ਜਵਾਨੀ ਸੀ, ਸੁੰਦਰ ਸਰੀਰ, ਢੀਲ ਡੌਲ ਸੋਹਣਾ। ਸਰਦਾਰ ਨਿਹਾਲ ਸਿੰਘ ਨੇ ਆਪਣੇ ਫੌਜੀ ਦਸਤੇ ਵਿੱਚ ਬਾਬਾ ਵੀਰ ਸਿੰਘ ਨੂੰ ਖਾਲਸਾ ਫੌਜ ਅੰਦਰ ਸ਼ਾਮਲ ਕਰ ਲਿਆ। ਸਰਦਾਰ ਨਿਹਾਲ ਸਿੰਘ ਦੀ ਅਗਵਾਈ ਵਿੱਚ ਪਿਸ਼ਾਵਰ ਦੇ ਪਾਸ ਇਨਸਾਨੀਅਤ ਦੇ ਦੁਸ਼ਮਣ ਮੁਗਲਾਂ ਨਾਲ, ਪਠਾਨਾਂ ਨਾਲ ਯੁੱਧ ਹੋਇਆ। ਕਹਿੰਦੇ ਲੜਦਿਆਂ ਲੜਦਿਆਂ ਬਾਬਾ ਵੀਰ ਸਿੰਘ ਹੁਣਾਂ ਦਾ ਖੰਡਾ ਟੁੱਟ ਗਿਆ। ਤੇ ਜਦੋਂ ਵਿਪਤਾ ਪੈ ਜਾਂਦੀ ਹੈ ਫਿਰ ਯਾਦ ਆਉਂਦਾ ਹੈ ਗੁਰੂ ਨਾਨਕ ਅਕਾਲ ਪੁਰਖ, ਤੇ ਬਾਣੀ ਕਹਿੰਦੀ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਗੁਰੂ ਨਾਨਕ ਗੁਰੂ ਗੋਬਿੰਦ ਅਕਾਲ ਪੁਰਖ ਦਾ ਜੋਰ ਹੈ ਦੁਨੀਆ ਤੇ। ਅਰਦਾਸ ਪਿਆਰਿਆਂ ਦੀ ਵਿਅਰਥ ਨਹੀਂ ਜਾਂਦੀ। ਅਰਦਾਸ ਕੀਤੀ, ਹਿਫਾਜ਼ਤ ਹੋਵੇ। ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨਾਲ ਲੜਦੇ ਹੋਏ ਬਾਬਾ ਵੀਰ ਸਿੰਘ ਨਿਕਲ ਗਏ ਨੇ। ਹੁਣ ਇੱਕ ਭਾਵਨਾ ਪੈਦਾ ਹੋ ਗਈ, ਮੈਨੂੰ ਗੁਰੂ ਨਾਨਕ ਸਾਹਿਬ ਨੇ ਰੱਖਿਆ ਏ, ਨੌਕਰੀ ਛੱਡ ਕੇ ਸਾਰਾ ਜੀਵਨ ਹੀ ਗੁਰੂ ਨਾਨਕ ਦੇ ਘਰ ਦਾ ਝਾੜੂ ਬਰਦਾਰ ਬਣ ਕੇ ਰਹਿਣਾ ਹੈ। ਬਾਬਾ ਭਾਗ ਸਿੰਘ ਹੁਣਾਂ ਕੋਲ ਚਲੇ ਗਏ। ਬਾਣੀ ਦਾ ਇੱਕ ਫਰਮਾਨ ਹੈ, ਸੇਵਕੋ
ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ RAM। ਗੁਰੂ ਦੀ ਸੇਵਾ ਵਿੱਚ ਲੱਗ ਕੇ ਮਨ ਤਨ ਧਨ ਅਰਪਿਤ ਕਰ ਦਿੰਦੇ ਨੇ ਪਿਆਰੇ, ਗੁਰੂ ਵਾਲੇ ਹੋ ਜਾਂਦੇ ਨੇ ਪਿਆਰੇ। ਬਾਬਾ ਭਾਗ ਸਿੰਘ ਨੇ ਵੇਖਿਆ ਵੀ ਉਡਾਰੀਆਂ ਉੱਚੀਆਂ ਨੇ, ਅਧਿਆਤਮਕ ਅਵਸਥਾ, ਇਹਨਾਂ ਦਾ ਸ਼ਬਦ ਅਭਿਆਸ ਮਹਾਨ ਹੈ। ਤੋ ਵੱਡੀਆਂ ਉਡਾਰੀਆਂ ਲਾਉਣ ਵਾਲੇ ਨੇ, ਵੱਡਿਆਂ ਵਾਲੀ ਤੋਰ ਦਈਏ। ਉਸ ਸਮੇਂ ਸਿੱਖ ਜਗਤ ਵਿੱਚ ਸਿਰਮੌਰ ਹਸਤੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖਾਲਸਾ ਰਾਜ ਦਾ ਮਹਾਰਾਜਾ ਹੋਣ ਦਾ ਮਾਣ ਦਿੱਤਾ, ਵਿਸਾਖੀ ਤੇ ਤਿਲਕ ਲਾਇਆ, 12 ਮਿਸਰਾਂ ਨੂੰ ਇਕੱਠਿਆਂ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ, ਉਹ ਮਹਾਪੁਰਸ਼ ਬਾਬਾ ਸਾਹਿਬ ਸਿੰਘ ਜੀ ਬੇਦੀ, ਗੁਰੂ ਨਾਨਕ ਦੀ ਕੁਲ ਦੇ ਮਹਾਨ ਹੀਰੇ। ਇਹ 'ਚ ਕੋਈ ਅਤ ਕਥਨੀ ਨਹੀਂ। ਜਿਤਨੇ ਵੀ ਬਾਬਾ ਸਾਹਿਬ ਸਿੰਘ ਰਾਜਾ ਜੋਗੀ ਦੀ ਕਦਮਬੋਸੀ ਕਰਨ ਵਾਲੇ ਮੁਰੀਦ ਸਨ, ਸਾਰੇ ਹੀ ਬ੍ਰਹਮ ਗਿਆਨੀ ਹੋ ਨਿਬੜੇ, ਮਹਾਪੁਰਸ਼ ਹੋ ਨਿਬੜੇ। ਬਾਬਾ ਵੀਰ ਸਿੰਘ ਨੂੰ ਉੱਥੇ ਛੱਡ ਆਏ ਊਨਾ ਸਾਹਿਬ ਬਾਬਾ ਭਾਗ ਸਿੰਘ ਜੀ। ਇਹ ਬੜਾ ਜ਼ਰੂਰੀ ਹੈ, ਘਰ ਬੈਠਾ ਕੋਈ ਸੰਤ ਨਹੀਂ ਬਣਦਾ। ਜਿੰਨਾ ਚਿਰ ਮੁਸ਼ੱਕਤ ਨਾ ਘਾਲੀ ਜਾਵੇ, ਜਿੰਨਾ ਚਿਰ ਸਾਧੂ ਦੀ ਸੰਗਤ ਨਾ ਕੀਤੀ ਜਾਵੇ। ਬਾਣੀ ਕਹਿੰਦੀ ਹੈ, ਸੰਤ ਤੁਜੀ ਤਨ ਸੰਗਤ ਪ੍ਰਾਨ। ਹੇ ਅਕਾਲ ਪੁਰਖ, ਜਿਹੜੇ ਸੰਤ ਨੇ ਤੇਰਾ ਹੀ ਰੂਪ ਨੇ, ਤੂੰ ਹੀ ਉਹਨਾਂ ਦਾ ਪ੍ਰਾਣ ਸਰੂਪ ਹੈ। ਤੇਰੀ ਤੇ ਸਾਧਾਂ ਦੀ ਜਾਤ ਇੱਕ ਹੈ, ਸੰਤਾਂ ਦੀ ਜਿੰਦ ਜਾਨ ਤੂੰ ਹੈ, ਤੇ ਸਾਨੂੰ ਉਹਨਾਂ ਦੀ ਸੰਗਤ ਬਖਸ਼। ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਦੇਵਤਿਆਂ ਚੋਂ ਵੀ ਮਹਾਨ ਦੇਵ ਸੰਤ ਹੁੰਦੇ ਨੇ, ਸਾਧੂ ਹੁੰਦੇ ਨੇ। ਬਾਣੀ ਕਹਿੰਦੀ ਹੈ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੈ, ਇਹੋ ਬਿਸਰਾਮ ਨਿਧ ਪਾਈ। ਇਹ ਅਕਾਲ ਪੁਰਖ ਸਾਨੂੰ ਸਾਧੂਆਂ ਦੀ ਸੰਗਤ ਬਖਸ਼, ਮਹਾਪੁਰਸ਼ਾਂ ਦੀ ਸੰਗਤ ਬਖਸ਼। ਜਿਹੜੇ ਕਹਿੰਦੇ ਸਾਧ ਦੀ ਸੇਵਾ ਮਨਮਤ ਹੈ, ਉਹ ਪੜਿਆ ਕਰੋ ਇਹ ਭਗਤੀ। ਕਹਿੰਦੇ ਸਾਧ ਨੂੰ ਪੱਖਾ ਝੱਲ, ਸਾਧ ਨੂੰ ਜਲ ਛਕਾ। ਉਦੋਂ ਪੀਸਣੇ ਪੀਸਿਆ ਕਰਦੇ ਸਨ, ਕਣਕ ਪੀ ਕੇ ਆਟਾ ਬਣਾਇਆ ਕਰਨਾ, ਜਾਂ ਕੋਈ ਬਾਜਰਾ ਪੀ ਕੇ ਭੋਜਨ ਤਿਆਰ ਕਰਨਾ। ਤੋ ਕਹਿੰਦੇ ਪੀਸਣੇ ਪੀਸਿਆ ਕਰ ਸਾਧੂ ਦੇ ਦਰ ਉੱਤੇ, ਫਿਰ ਉਹਦੇ ਕੋਲ ਬਹਿ ਕੇ ਰੱਬ ਦੇ ਗੀਤ ਗਾ, ਪਰਮਾਤਮਾ ਦੀ ਵਡਿਆਈ ਕਰ। ਜਦੋਂ ਪਰਮਾਤਮਾ ਦੀ ਵਡਿਆਈ ਕਰੇਗਾ, ਮਨ ਤੇਰਾ ਟਿਕ ਜਾਵੇਗਾ, ਮਨ ਨਿਧ ਪ੍ਰਾਪਤ ਕਰੇਗਾ। ਕਿਹੜੀ ਨਿਧ ਦੀ? ਸਹਿਜ ਰੂਪੀ ਗਿਆਨ ਰੂਪੀ ਖਜ਼ਾਨਾ ਪ੍ਰਾਪਤ ਹੋਵੇਗਾ, ਚਿੰਤਾ ਮਿਟੇਗੀ, ਟਿਕਾ ਆ ਜਾਵੇਗਾ। ਸੰਤਾ ਸੰਗਤ ਮਿਲ ਰਹੈ, ਜਪ ਰਾਮ ਨਾਮ ਸੁਖ ਪਾਏ। ਜਿਹੜਾ ਫਿਰ ਸਾਧੂ ਦੀ ਸੰਗਤ ਚ ਆ ਗਿਆ, RAM ਦਾ ਅਕਾਲ ਪੁਰਖ ਦਾ ਨਾਮ ਜਪ ਕੇ ਸੁਖ ਮਾਣਦਾ ਹੈ, ਉਹ ਸਾਧੂ ਦਾ ਹੀ ਰੂਪ ਹੋ ਜਾਂਦਾ ਹੈ। ਪਾਰਸ ਨਾਲ ਜਿਹੜਾ ਛੋ ਗਿਆ, ਉਹੀ ਧਾਤ ਸੋਨਾ ਬਣ ਗਿਆ, ਕੰਚਨ ਬਣ ਗਿਆ। ਬਾਬਾ ਵੀਰ ਸਿੰਘ ਦਿਨ ਰਾਤ ਕਦਮਬੋਸੀ ਕਰਨ ਲੱਗੇ। ਸ਼੍ਰੋਮਣੀ ਮਹਾਪੁਰਸ਼, ਅਵਤਾਰ ਮਹਾਪੁਰਸ਼ ਸਮਝ ਲਓ ਬਾਬਾ ਸਾਹਿਬ ਸਿੰਘ ਬੇਦੀ ਦੀ। ਔਰ ਉਹਨੇ ਦੇ ਇਲਾਕੇ ਦੇ ਮਾਲਕ ਸਨ, ਡਾਂਗ ਵੀ ਕਾਇਮ ਸੀ, ਸਭ ਜਰਵਾਣੇ ਦਿੱਤੇ ਸਨ ਉਹਨਾਂ ਨੇ, ਕੱਲਾ ਸੰਤੀ ਨਹੀਂ, ਸਿਪਾਹੀ ਸੀ ਬਾਬਾ। ਮਹਾਰਾਜ ਬਾਬਾ ਸਾਹਿਬ ਸਿੰਘ ਬੇਦੀ ਦੀ ਕਿਰਪਾ ਹੋਈ, ਆਪਣੇ ਮੁਰੀਦ ਦੇ ਸਿਰ ਤੇ ਹੱਥ ਰੱਖਿਆ। ਸੇਵਾ ਭਾਵਨਾ ਚੌਂਕੜਾ ਸਹਿਜਤਾ ਪ੍ਰਾਪਤ ਹੋਈ। ਜਦੋਂ ਬਾਬਾ ਵੀਰ ਸਿੰਘ ਨੂੰ ਇੱਕ ਦਿਨ ਖੇੜੇ ਵਿੱਚ ਆ ਕੇ ਆਖਣ ਲੱਗੇ, ਤੂੰ ਸੋਨਾ ਬਣ ਗਿਆ ਹੈ ਵੀਰ ਸਿੰਘਾ, ਜਾ ਹੁਣ ਇੱਥੋਂ ਚਲਿਆ ਜਾ, ਗੁਰੂ ਨਾਨਕ ਦੇ ਨਾਮ ਦਾ ਲੰਗਰ ਵਰਤਾ, ਤੇ ਪ੍ਰਤੱਖ ਦੇਗ ਵੀ ਵਰਤਣੀ ਚਾਹੀਦੀ ਹੈ। ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਿਸੋਆ। ਜਾ ਜਿੱਥੇ ਵੀ ਜਾਵੇਂ ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰ, ਜਿੱਥੇ ਜੀ ਜਾਵੇਂ ਗੁਰਸਿੱਖੀ ਗਾ ਕਰਕੇ ਕੀਰਤੀ ਗੁਰੂ ਨਾਨਕ ਦੀ, ਬਾਣੀ ਗੁਰੂ ਨਾਨਕ ਦੀ, ਇਹਨੂੰ ਸਿੰਚਦਾ ਰਹੀ, ਇਹਨੂੰ ਚਾਰ ਚੰਨ ਲਾਈ। ਬਖਸ਼ਿਸ਼ ਹੋਈ ਬਾਬਾ ਸਾਹਿਬ ਸਿੰਘ ਬੇਦੀ ਦੀ। ਚੰਦਨ ਦੀ ਸੰਗਤ, ਚੰਦਨ ਹੋ ਗਏ ਬਾਬਾ ਵੀਰ ਸਿੰਘ ਹੋਣੀ। ਪਰਤੇ ਨੇ ਨੌਰੰਗਾ ਬਾਬਾ। ਦੇਗ ਤੇ ਤੇਗ ਦੋਵੇਂ ਪਾਖੀ ਗੁਰੂ ਨੇ ਸਾਨੂੰ ਬਖਸ਼ੇ ਨੇ। ਵੈਸੇ ਪ੍ਰਚਲਿਤ ਗਾਥਾਵਾਂ ਬਹੁਤ ਨੇ,
ਬਈ ਬਾਬਾ ਜੀ ਨਾਲ ਇੰਨੇ ਘੋੜਸਵਾਰ ਸਨ, ਇੰਨੇ ਪੈਦਲ ਰਿਹਾ ਕਰਦੇ ਸਨ ਸੂਰੇ। ਇਨਸਾਈਕਲੋਪੀਡੀਆ 'ਚ ਲਿਖਿਆ ਹੈ ਵੀ ਕੋਈ 1300 ਦੇ ਕਰੀਬ ਪੈਦਲ ਸਿੰਘ ਹੁੰਦੇ ਸਨ ਸ਼ਸਤਰਧਾਰੀ, ਤੋਂ 200-300 ਦੇ ਕਰੀਬ ਘੋੜਸਵਾਰ ਸੂਰੇ ਹੁੰਦੇ ਸਨ। ਕੋਈ 2200 ਘੋੜਸਵਾਰ ਵੀ ਕਹਿ ਦਿੰਦਾ ਹੈ। ਖੈਰ, ਤੇਗ ਦੇ ਧਨੀ ਸਨ, ਸਿਪਾਹੀ ਸਨ, ਤੋਂ ਨਾਲ ਸਿੰਘ ਸ਼ਸਤਰਧਾਰੀ ਰਹਿੰਦੇ ਨੇ। ਦੇਗ ਦੇ ਵੀ ਧਨੀ ਸਨ। ਸੈਂਕੜੇ ਲੋਕ ਰੋਜ਼ ਨੌਰੰਗਾਬਾਦ ਮਹਾਪੁਰਸ਼ਾਂ ਦੇ ਪਾਸ ਲੰਗਰ ਛਕਿਆ ਕਰਦੇ ਸਨ। ਦੇਗ ਵੀ ਉਹੀ ਵਰਤਾ ਸਕਦਾ ਜਿਹਦੀ ਤੇਗ ਕਾਇਮ ਹੈ। ਜੇ ਤੇਗ ਕਾਇਮ ਨਾ ਹੋਵੇ ਤੇ ਇੱਥੇ ਰਸਤਾ ਲੁੱਟ ਕੇ ਲੈ ਜਾਂਦੇ ਜਰਬਾਣੇ। ਅੱਜ ਕੱਲ ਪਰ ਅਸੀਂ ਬਹੁਤਾ ਧਿਆਨ ਦੇਗ ਵੱਲ ਹੀ ਦੇ ਰਹੇ ਹਾਂ, ਤੇਗ ਵੱਲੋਂ ਮੱਠੇ ਪੈ ਗਏ ਹਾਂ। ਐਵੇਂ ਲਾਂਗਰੀ ਨਾ ਬਣ ਕੇ ਰਹਿ ਜਾਇਓ, ਤੇਗ ਵੀ ਨਾਲ ਕਾਇਮ ਰੱਖਿਆ ਕਰੀਏ। ਇਹ ਠੀਕ ਹੈ, ਅਸੀਂ 2% ਦੀ ਦੁਨੀਆ ਵਿੱਚ ਪ੍ਰਚਲਿਤ ਹਾਂ, ਪਰ ਕੱਲਾ ਦੇਗ ਕਰਕੇ ਨਹੀਂ, ਸਾਡੀ ਤੇਗ ਨੂੰ ਵੀ ਦੁਨੀਆ ਜਾਣਦੀ ਹੈ। ਜਾਣਦੇ ਨੇ ਜਿਹੜਾ ਖੈਬਰ ਪਾਸ USA ਦੀਆਂ ਫੌਜਾਂ, ਅਮਰੀਕਾ ਦੀਆਂ ਫੌਜਾਂ ਫਤਿਹ ਨਹੀਂ ਕਰ ਸਕੀਆਂ, ਉੱਥੇ ਖਾਲਸਾ ਰਾਜ ਦਾ ਝੰਡਾ ਮਹਾਰਾਜਾ ਰਣਜੀਤ ਸਿੰਘ ਨੇ ਚਲਾਇਆ ਸੀ। ਅਫਗਾਨਿਸਤਾਨ ਤਾਈਂ ਉਹਦਾ ਰਾਜ ਰਿਹਾ। ਸੋ ਤੇਗ ਕਰਕੇ ਖਾਲਸਾ ਪ੍ਰਚੰਡ ਰਿਹਾ ਹੈ, ਦੇਗ ਕਰਕੇ ਵੀ ਪ੍ਰਚੰਡ ਰਿਹਾ। ਹੁਣ ਬਹੁਤੇ ਲਾਂਗਰੀ ਜੇ ਬਣਦੇ ਜਾਂਦੇ ਆ, ਅੰਮ੍ਰਿਤ ਛਕਦੇ ਨਹੀਂ ਤੇ ਇਹ ਕੀ ਚਲਾਉਣੀ ਹੈ ਅਸੀਂ। ਖੈਰ, ਦੇਗ ਤੇ ਤੇਗ ਦਾ ਧਨੀ ਬਾਬਾ ਵੀਰ ਸਿੰਘ ਹੈ। ਜਿੱਥੇ ਰਬਾਬ ਦੀ ਤਾਰ ਖੜਕਦੀ ਹੈ, ਉੱਥੇ ਤੇਗ ਵੀ ਖੜਕਦੀ ਹੈ ਉਸ ਮਹਾਪੁਰਸ਼ ਦੇ ਪਾਸ। ਇਹ ਗੁਰੂ ਦਾ ਸਾਨੂੰ ਹੁਕਮ ਹੈ, ਮੀਰੀ ਤੇ ਪੀਰੀ ਨੂੰ ਇਕੱਠਿਆ ਰੱਖਣ ਦਾ। ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਤੂੰ ਰਾਜਾ ਜੋਗੀ ਹੈ, ਰਾਜ ਭਾਗ ਦਾ ਵੀ ਮਾਲਕ ਹੈ, ਤੇ ਜੋਗੀ ਰੱਬ ਨਾਲ ਤੇਰਾ ਜੋੜ ਵੀ ਆਇਆ ਹੋਇਆ ਹੈ। ਲੰਗਰ ਵਰਤਣ ਲੱਗੇ, ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ। ਨਾਮ ਪਦਾਰਥ ਗੁਰ ਤੇ ਪਾਇਆ, ਅਖੁੱਟ ਸੱਚੇ ਭੰਡਾਰੀ। ਗੁਰੂ ਦੀ ਬਖਸ਼ਿਸ਼ ਹੋਈ, ਮਹਾਪੁਰਸ਼ਾਂ ਦੀ ਬਖਸ਼ਿਸ਼ ਹੋਈ, ਨਾਮ ਦੇ ਭੰਡਾਰੇ ਬਾਬਾ ਵੀਰ ਸਿੰਘ ਨੂੰ ਮਿਲੇ। ਫਿਰ ਜਿਹਦੇ ਕੋਲ ਨਾਮ ਹੈ ਉਹਦੀ ਦੇਗ ਵੀ ਪ੍ਰਚੰਡ ਰਹਿੰਦੀ ਹੈ, ਉਹਦੀ ਤੇਗ ਵੀ ਚੱਲਦੀ ਰਹਿੰਦੀ ਹੈ। ਖੈਰ, ਕਹਿੰਦੇ ਆਪਣਿਆਂ ਭਗਤਾਂ ਨੂੰ ਆਪੇ ਤੁਠਾ, ਆਪਣੀ ਕਿਰਪਾ ਕਰ ਕਲ ਧਾਰੀ। ਇਹ ਆਪਣੀ ਕਰਾਮਾਤ ਗੁਰੂ ਪਰਮੇਸ਼ਰ ਆਪ ਦਰਸਾਉਂਦੇ ਨੇ। ਹੁਣ ਬਾਣੀ ਵਿੱਚ ਇੱਕ ਜਗ੍ਹਾ ਆਉਂਦਾ ਹੈ, ਮੇਰੇ ਗੋਬਿੰਦੋ ਆਪਣੇ ਜਨ ਕੋ ਦੇਹ ਵਡਿਆਈ, ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ। ਆਪਣੇ ਪਿਆਰਿਆਂ ਤੇ ਰਹਿਮ ਕਰਦਾ ਹੈ ਤੂੰ, ਔਰ ਉਹਨਾਂ ਦੀ ਵਡਿਆਈ ਦੇਸ਼ਾਂ ਦੇਸ਼ਾਂਤਰਾਂ ਵਿੱਚ ਕਰਵਾ ਦਿੰਦਾ ਹੈ। ਬਾਬਾ ਵੀਰ ਸਿੰਘ ਜੀ ਦੀ ਵਡਿਆਈ ਪ੍ਰਗਟ ਹੋ ਗਈ ਦੇਸ਼ਾਂ ਦੇਸ਼ਾਂਤਰਾਂ ਵਿੱਚ। ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੈ। ਐਸੀ ਕਿਰਪਾ ਹੋਈ, ਨਾਮ ਦੀ ਐਸੀ ਅਜ਼ਮਤ ਹੋਈ, ਸਭ ਪਦਾਰਥ ਰਿੱਧੀਆਂ ਸਿੱਧੀਆਂ ਬਾਬਾ ਵੀਰ ਸਿੰਘ ਦੇ ਚਰਨਾਂ ਵਿੱਚ ਟਿਕ ਗਈਆਂ। ਐਸੇ ਮਹਾਪੁਰਸ਼ਾਂ ਲਈ ਆਉਂਦਾ, ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕਹਿ ਸੰਗ ਕਰੈ ਸੰਸਾਰ। ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਹੈ, ਉਹ ਐਸੇ ਦਾਤੇ ਹੋ ਜਾਂਦੇ ਨੇ, ਕੋਈ ਵੀ ਅਰਦਾਸ ਕਰੋ ਉਹ ਪੂਰੀ ਕਰ ਦਿੰਦੇ ਨੇ। ਬਾਬਾ ਵੀਰ ਸਿੰਘ ਹੁਣਾਂ ਦੇ ਜਿੰਨੇ ਵੀ ਸਥਾਨ ਨੇ, ਰੌਣਕ ਕਿਸ ਗੱਲ ਦੀ ਹੈ? ਰੌਣਕ ਇਸੇ ਕਰਕੇ ਹੀ ਹੈ, ਬਾਬਾ ਵੀਰ ਸਿੰਘ ਦੀ ਸਿਫਾਰਿਸ਼ ਹੋ ਜਾਵੇ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਝੋਲੀਆਂ ਭਰ ਦਿੰਦੇ। ਕਿਉਂਕਿ ਸ਼ਹੀਦ ਸਭ ਤੋਂ ਨੇੜੇ ਨੇ ਗੁਰਾਂ ਦੇ, ਲਾਇਕ ਫਰਜ਼ੰਦ ਹੁੰਦੇ ਨੇ ਸ਼ਹੀਦ ਤੇ ਸੰਤ ਗੁਰਾਂ ਦੇ। ਮਹਾਰਾਜ ਕਹਿੰਦੇ ਉਹ ਦੁੱਖ ਕੱਟ ਦਿੰਦੇ ਨੇ, ਐਸੇ ਦਾਤਾਰ ਹੋ ਜਾਂਦੇ ਨੇ। ਉਹਨਾਂ ਦੀ ਸੰਗਤ ਵਿੱਚ ਆਉਣ ਵਾਲੇ ਸੰਸਾਰੀ ਤਰ ਜਾਂਦੇ ਨੇ। ਸਮਾਂ ਆਇਆ 1839 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰ ਗਏ। ਇਹਦੇ ਤੋਂ ਬਾਅਦ 1849 ਈਸਵੀ ਤਾਈਂ ਤਕਰੀਬਨ 10 ਸਾਲ ਹੋਰ ਖਾਲਸਾ ਰਾਜ ਚੱਲਿਆ। ਟੋਟਲ 50 ਸਾਲ ਦੇ ਇਰਦ ਗਿਰਦ। ਪਰ ਇਹ 10 ਸਾਲ ਜਿਹੜੇ ਸਨ, ਇਹ ਰਾਜ ਖਾਲਸੇ ਦਾ ਲੜਖੜਾਉਂਦਾ ਰਿਹਾ। ਹਾਲਾਤ ਵਿਗੜਦੇ ਜਾ ਰਹੇ ਸਨ, ਬੁਰਸ਼ਾਗਰਦੀ ਦੇ ਸ਼ਿਕਾਰ ਹੋ ਗਏ ਸਿੱਖ ਜਗਤ ਦੇ ਜਰਨੈਲ, ਚਾਹੇ ਉਹ ਮਹਾਰਾਜਾ ਸ਼ੇਰ ਸਿੰਘ ਸੀ,
कंवर प्रताप सिंह सी, वजीर ध्यान सिंह डोगरा सी, चाहे संधे वालिया सन, ये तकरीबन ही जेड़े लैणा सिंह वर्गे जितने भी जरनैल सन, खिचो तन पै गई, आपस विच वैर विरोध वध गया। संधे वालिए सरदारां ने महाराणी जिंद कौर ਅਤੇ महाराजा रणजीत सिंह ਦਾ फरजंद कंवर ਦਲੀਪ ਸਿੰਘ ਤਖਤ ਤੇ ਬਾਇਆ। ਹਜੇ ਉਮਰ ਛੋਟੀ ਹੈ, ਉਮਰਾ ਛੋਟੀ ਹੋਣ ਦੇ ਕਾਰਨ ਵਜ਼ੀਰ ਧਿਆਨ ਸਿੰਘ ਡੋਗਰੇ ਦੇ ਫਰਜ਼ੰਦ ਰਾਜਾ ਹੀਰਾ ਸਿੰਘ ਡੋਗਰੇ ਨੇ ਰਾਜ ਭਾਗ ਸੰਭਿਆ। ਦੇਖ ਰੇਖ ਉਹਦੀ ਵਿੱਚ ਰਾਜ ਭਾਗ ਖਾਲਸੇ ਦਾ ਚੱਲ ਰਿਹਾ ਸੀ। ਬਾਬਾ ਵੀਰ ਸਿੰਘ ਮਹਾਪੁਰਸ਼ ਆਉਣ ਵਾਲੇ ਸਮੇਂ ਬਾਬਤ ਜਾਣਦੇ ਨੇ। ਮਹਾਪੁਰਸ਼ਾਂ ਦੀ ਅਜ਼ਮਤ ਹੁੰਦੀ ਹੈ, ਅਸ਼ਟ ਸਿੱਧ ਨਵਨਿਧ ਇਹ ਕਰਮ ਪ੍ਰਾਪਤ ਜਿਸ ਨਾਮ ਦੇ ਰਿੱਧੀਆਂ ਸਿੱਧੀਆਂ ਦੇ ਸਾਧੂ ਮਾਲਕ ਹੁੰਦੇ ਨੇ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, The saints of the Lord, they got all the miraculous powers। ਰੱਬ ਦੇ ਭਗਤਾਂ ਕੋਲ ਕਰਾਮਾਤ ਹੁੰਦੀ ਹੈ। ਕਈ ਕਮਲੇ ਪ੍ਰਚਾਰਕ ਸਟੇਜ ਤੇ ਬਹਿ ਕੇ ਗੁਰੂ ਦੀ ਹਜ਼ੂਰੀ ਵਿੱਚ ਕੁਫਰ ਤੋਲਣ ਲੱਗ ਪੈਂਦੇ, ਅਖੇ ਸਿੱਖੀ ਚ ਕਰਾਮਾਤ ਹੈ ਨਹੀਂ। ਆ ਕਦੇ ਪੜਿਆ ਹੀ ਨਹੀਂ ਉਹਨਾਂ ਪੂਰੀ ਹੋਈ ਕਰਾਮਾਤ। ਆਪ ਸਿਰਜਣ ਹਾਰੈ ਧਾਰਿਆ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਨੈ ਸਵਾਰਿਆ। ਸਿੱਖੀ ਖਲੋਤੀ ਕਰਾਮਾਤ ਤੇ ਹੈ। ਸੋ ਜਿਹੜਾ ਆਖੇ ਕਰਾਮਾਤ ਹੈ ਨਹੀਂ, ਉਹਨੂੰ ਪੁੱਛ ਜ਼ਰੂਰ ਲਿਆ ਕਰੋ ਵੀ ਬਾਣੀ ਚ ਕਿੱਥੇ ਕਿ ਲਿਖਿਆ ਵੀ ਕਰਾਮਾਤ ਨਹੀਂ ਹੁੰਦੀ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਹਾਪੁਰਸ਼ ਕਰਾਮਾਤ ਨਾਲ ਭਰੇ ਹੋਏ ਭਾਂਡੇ ਹੁੰਦੇ ਨੇ। ਗੱਲ ਇਹ ਹੈ ਵੀ ਜਿਹੜਾ ਥੋਥਾ ਹੋਵੇ ਨਾ, ਖਾਲੀ ਹੋਵੇ, ਉਹਨੂੰ ਸਾਰੇ ਹੀ ਖਾਲੀ ਜਾਪਦੇ ਨੇ। ਆਪਣੀ ਔਕਾਤ ਜਿੰਨੀ ਕੁ ਹੋਵੇ, ਖੂਹ ਦਾ ਡੱਡੂ ਸਾਗਰਾਂ ਦੇ ਕੰਢੇ ਕਿੱਥੇ ਬਿਆਨ ਕਰ ਸਕਦਾ ਹੈ, ਜਿਹੜਾ ਖੂਹ ਤੋਂ ਬਾਹਰ ਗਿਆ ਹੀ ਨਹੀਂ ਕਦੀ। ਸੋ ਸੁਚੇਤ ਰਿਹਾ ਕਰੋ, ਬਾਣੀ ਆਪ ਪੜਿਆ ਕਰੋ, ਤੁਹਾਨੂੰ ਸਮਝ ਪਵੇ ਵੀ ਤੁਹਾਨੂੰ ਗੁੰਮਰਾਹ ਕੌਣ ਕਰਦਾ ਹੈ, ਤੁਹਾਨੂੰ ਗੁਰੂ ਨਾਲ ਜੋੜਦਾ ਕੌਣ ਹੈ ਤੇ ਤੋੜਦਾ ਕੌਣ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਦੀ ਕਿਰਪਾ ਹੈ। ਬਾਬਾ ਵੀਰ ਸਿੰਘ ਕੋਲ ਰਿੱਧੀਆਂ ਸਿੱਧੀਆਂ ਨੱਚਣ ਲੱਗੀਆਂ ਨੇ। ਡੋਗਰਿਆਂ ਦੀ ਵਾਧੀ ਤਾਕਤ ਨੂੰ ਉਹ ਸਮਝ ਰਹੇ ਸਨ ਔਰ ਚਿੰਤਾ ਤੁਰ ਵੀ ਹੋਏ ਨੇ ਵੀ ਇਹ ਖਾਲਸਾ ਰਾਜ ਭਾਗ ਨੂੰ ਡੰਗ ਲੈਣਗੇ। ਹੀਰਾ ਸਿੰਘ ਨੂੰ ਤਖਤ ਦਬਾਉਂਦਿਆਂ ਦਬਾਉਂਦਿਆਂ ਹੀ ਇਹ ਸਾਰੇ ਸਾਡੇ ਸਿੱਖ ਜਗਤ ਦੇ ਰਾਜ ਭਾਗ ਦਾ ਮਲਿਆ ਮੇਟ ਵਜ਼ੀਰ ਧਿਆਨ ਸਿੰਘ ਡੋਗਰੇ ਨੇ ਕਰ ਦਿੱਤਾ ਸੀ, ਆਪਣੇ ਫਰਜ਼ੰਦ ਨੂੰ ਤਖਤ ਤੇ ਬਾਉਣ ਦੇ ਲਈ। ਬਾਬਾ ਵੀਰ ਸਿੰਘ ਇੱਕ ਵਾਰ ਸੁਨੇਹਾ ਭੇਜਦੇ ਨੇ, ਜ਼ਿਕਰ ਮਿਲਦਾ ਹੈ ਵੀ ਅਕਾਲ ਤਖਤ ਸਾਹਿਬ ਦੇ ਸਾਵੇਂ ਜਿਹੜੇ ਦੋ ਨਿਸ਼ਾਨ ਸਾਹਿਬ ਨੇ, ਹਨੇਰ ਐਸਾ ਚੱਲਿਆ ਇਹ ਵੱਧ ਗਏ। ਇਹ ਜਦੋਂ ਡਿੱਗੇ ਤੋ ਮਹਾਪੁਰਸ਼ਾਂ ਨੇ ਸੁਨੇਹਾ ਭੇਜਿਆ ਲਾਹੌਰ ਦਰਬਾਰ। ਇਉਂ ਜਾਪਦਾ ਹੈ ਜਿਵੇਂ ਖਾਲਸਾ ਰਾਜ ਦਾ ਸੂਰਜ ਅਸਤ ਹੋਣ ਵਾਲਾ ਹੈ। ਇਹ ਠੀਕ ਨਹੀਂ ਹੋਇਆ। ਜਿਹੜਾ ਗੁਰਮੁਖ ਪਿਆਰਾ ਸੁਨੇਹਾ ਲੈ ਕੇ ਗਿਆ ਨਾ, ਉਹਨੇ ਹੁਣ ਖਬਰ ਤੇ ਬਾਬਾ ਵੀਰ ਸਿੰਘ ਹੁਣਾਂ ਨੂੰ ਦੇਣੀ ਸੀ ਵੀ ਰਾਜ ਦਰਬਾਰ ਵਿੱਚ ਕੀ ਬਚਨ ਬਲਾਸ ਹੋਏ। ਕੁਝ ਭਾਵਨਾ ਵਾਲੇ ਤੇ ਕਹਿ ਰਹੇ ਸਨ ਦੂਰ ਅੰਦੇਸ਼ ਜਾਣੀ ਜਾਣ ਅੰਤਰਜਾਮੀ ਮਹਾਤਮਾ ਨੇ ਬਾਬਾ ਵੀਰ ਸਿੰਘ, ਧਿਆਨ ਦੇਣ ਦੀ ਲੋੜ ਹੈ ਜੋ ਕਹਿ ਰਹੇ ਨੇ। ਤੋ ਕਈਆਂ ਨੇ ਤਰਕ ਕਰ ਦਿੱਤਾ, ਕਹਿੰਦੇ ਬਾਬਿਆਂ ਦਾ ਇਰਾਦਾ ਹੋਣਾ ਲਾਹੌਰ ਦਰਬਾਰ ਤੋਂ ਭੇਟਾ ਖੁੱਲੀ ਮਿਲੇ, ਨਿਸ਼ਾਨ ਸਾਹਿਬ ਚਲਾ ਦੇਵਾਂਗੇ, ਰਹਿੰਦੇ ਖੁੰਦੇ ਨਾਲ ਡੇਰੇ ਚੰਗੇ ਚੱਲੀ ਜਾਣਗੇ। ਉਹ ਸੇਵਾਦਾਰ ਨੇ ਇਸੇ ਤਰ੍ਹਾਂ ਜਾ ਕੇ ਬਾਬਾ ਵੀਰ ਸਿੰਘ ਹੁਣਾਂ ਨੂੰ ਦੱਸ ਦਿੱਤਾ। ਤੋ ਬਾਬਾ ਵੀਰ ਸਿੰਘ ਆਖਣ ਲੱਗੇ ਭੰਡਾਰੇ ਤੇ ਗੁਰੂ ਨਾਨਕ ਚਲਾਉਂਦਾ ਹੈ, ਇਹ ਲਾਹੌਰ ਦਰਬਾਰ ਨਾਲ ਨਹੀਂ ਚੱਲਦੇ ਗੁਰੂ ਘਰ। ਖੈਰ ਨਹੀਂ ਸਮਝ ਸਕੇ ਇਹ ਲਾਹੌਰ ਦਰਬਾਰ ਦੇ ਆਗੂ ਮਹਾਪੁਰਸ਼ਾਂ ਦੀ ਰਮਜ਼। ਨਾਨਕ ਜਨ ਨਾਮ ਸਲਾਹੇ ਬਿਕਸ਼ੈ ਸੋ ਨਾਮ ਬੇਪਰਵਾਹ ਹੈ। ਬੇਪਰਵਾਹ ਸੀ ਸਾਧੂ, ਕਹਿੰਦੇ ਠੀਕ ਹੈ ਜਿਹੜਾ ਕਰੇਗਾ ਉਹ ਭੋਗੇਗਾ। ਰਾਜਾ ਹੀਰਾ ਸਿੰਘ ਜੋ ਰਾਜ ਭਾਗ ਵੇਖ ਰਿਹਾ ਸੀ, ਮਹਾਰਾਜਾ ਦਲੀਪ ਸਿੰਘ ਦੀ ਕਮ ਆਯੂ ਹੋਣ ਦੇ ਕਾਰਨ ਉਹਨੂੰ ਬਾਬਾ ਵੀਰ ਸਿੰਘ ਭਾਉਂਦੇ ਨਹੀਂ ਸਨ, ਕਿਉਂਕਿ ਸੱਚ ਦਾ ਉਪਦੇਸ਼ ਕਰਦੇ ਸਨ। ਐਸਾ ਬੇਪਰਵਾਹ ਮਹਾਤਮਾ
ਬੇਪਰਵਾਹ ਮਹਾਂਪੁਰਸ਼, ਜਿਹੜਾ ਮੁਖਾਜ ਨਾ ਹੋਵੇ ਕਿਸੇ ਦਾ, ਉਹ ਰਾਜਿਆਂ ਨੂੰ ਪਾਉਂਦਾ ਨਹੀਂ ਹੁੰਦਾ। ਹੀਰਾ ਸਿੰਘ ਡੋਗਰੇ ਦੇ ਉਸਤਾਦ ਪੰਡਤ ਜੱਲੇ ਨੇ ਵਿਉਂਤਾਂ ਘੜੀਆਂ। ਲਾਹੌਰ ਦਰਬਾਰ ਦੀ ਸਿੱਖ ਫੌਜ ਗੁੰਮਰਾਹ ਕੀਤੀ ਗਈ। ਕੰਵਰ ਕਸ਼ਮੀਰਾ ਸਿੰਘ, ਕੰਵਰ ਪਿਸ਼ੌਰਾ ਸਿੰਘ, ਇਹਨਾਂ ਨੂੰ ਮੁਸ਼ਕਲ ਪੇਸ਼ ਆਈ। ਇਹਨਾਂ ਦਾ ਖੁਰਾ ਖੋਜ ਮਿਟਾਉਣਾ ਚਾਹਿਆ ਹੀਰਾ ਸਿੰਘ ਡੋਗਰੇ ਹੋਣਾ। ਇਹਨਾਂ ਪਨਾਹ ਲਈ ਹੈ ਬਾਬਾ ਵੀਰ ਸਿੰਘ ਜੀ ਹੁਣਾਂ ਪਾਸ ਜਾ ਕਰਕੇ। ਹੀਰਾ ਸਿੰਘ ਨੇ ਸੁਨੇਹਾ ਭੇਜਿਆ, ਬਾਬਾ ਵੀਰ ਸਿੰਘ ਤੇ ਕੰਵਰ ਪਿਸ਼ੌਰਾ ਸਿੰਘ, ਕੰਵਰ ਕਸ਼ਮੀਰਾ ਸਿੰਘ ਬਾਗੀ ਨੇ ਰਾਜ ਦਰਬਾਰ ਦੇ, ਖਾਲਸਾ ਰਾਜ ਦੇ, ਇਹਨਾਂ ਨੂੰ ਪਨਾਹ ਦਿੱਤੀ ਹੈ, ਤੁਸੀਂ ਸਾਡੇ ਹਵਾਲੇ ਕਰ ਦਿਓ। ਬੇਮੁਹਤਾਜ ਮਹਾਂਪੁਰਸ਼ਾਂ ਜਵਾਬ ਘੱਲਿਆ ਸੀ, ਸਿੱਖੀ ਦਾ ਸਿਧਾਂਤ ਹੈ ਜੋ ਸਰਣੇ ਆਵੇ ਤਿਸ ਕੰਠ ਲਾਵੇ। ਤਾਂ ਗੁਰੂ ਦੇ ਸਿਧਾਂਤ ਤੇ ਅਸੀਂ ਚੱਲਣਾ ਹੈ। ਔਰ ਭਾਈ ਭਾਈ ਦਾ ਦੁਸ਼ਮਣ ਹੋਇਆ ਪਿਆ ਹੈ। ਹੀਰਾ ਸਿੰਘ ਐ ਨਾਜ਼ਮ, ਇਸ ਗੱਲ ਨੂੰ ਸਮਝ, ਇਹ ਤੂੰ ਠੀਕ ਨਹੀਂ ਕਰ ਰਿਹਾ। ਅਹੰਕਾਰ ਤੇ ਚੋਟ ਲੱਗੀ ਹੈ ਰਾਜਾ ਹੀਰਾ ਸਿੰਘ ਦੇ। ਉਸ ਰਾਜੇ ਨੂੰ ਇਹ ਬੋਲ ਗਵਾਰਾ ਨਹੀਂ ਸਨ। ਉਹਨੇ ਰਾਜਪੂਤ ਮੀਆਂ ਲਾਭ ਸਿੰਘ ਨੂੰ ਖਾਲਸਾ ਫੌਜ ਦਾ ਦਸਤਾ ਦੇ ਕੇ ਭੇਜਿਆ, ਤੋਪਖਾਨੇ ਦੇ ਕੇ ਭੇਜਿਆ। ਨੌਰੰਗਾਬਾਦ ਵੱਲ ਨੂੰ ਫੌਜਾਂ ਵੱਧਦੀਆਂ। ਇਸ ਗੱਲ ਦਾ ਖਿਆਲ ਰੱਖਿਓ, ਜਦੋਂ ਖੋਜ ਕੱਢ ਕੇ ਫੌਜਾਂ ਨੇ ਬਾਬਾ ਵੀਰ ਸਿੰਘ ਹੁਣਾਂ ਨੂੰ ਘੇਰਾ ਪਾਇਆ, ਵੇਖੋ ਕੁਝ ਖਾਲਸਾ ਫੌਜ ਦੇ ਜਿਹੜੇ ਆਗੂ ਸਨ, ਉਹਨਾਂ ਗੱਲਬਾਤ ਚਲਾਈ। ਗੁੰਮਰਾਹ ਹੋਈ ਫੌਜ ਸੀ। ਜਦੋਂ ਬਾਬਾ ਵੀਰ ਸਿੰਘ ਹੋਣੀ ਆਪਣੇ ਸਿਧਾਂਤ ਤੋਂ ਰੰਚਕ ਮਾਤਰ ਵੀ ਪਰੇ ਨਾ ਹਟੇ, ਤਾਂ ਫੌਜਾਂ ਨੇ ਅਖੀਰ ਹਮਲਾ ਕੀਤਾ, ਤੋਪਾਂ ਦੇ ਗੋਲੇ ਵਰਸਾਏ। ਬਾਬਾ ਵੀਰ ਸਿੰਘ ਹੁਣਾਂ ਦਾ ਹੁਕਮ ਸੀ, ਭਾਈ ਭਾਈ ਦਾ ਖੁਰਾ ਖੋਜ ਨਹੀਂ ਮਿਟਾਉਂਦਾ, ਭਾਈ ਭਾਈ ਤੇ ਵਾਰ ਨਹੀਂ ਕਰਦਾ। ਇਹ ਗੁੰਮਰਾਹ ਹੋਈਆਂ ਖਾਲਸਾ ਫੌਜਾਂ ਨੇ, ਮੇਰੇ ਜਿਤਨੇ ਵੀ ਸ਼ਸਤਰਧਾਰੀ ਸਾਥੀ ਨੇ, ਉਹ ਵਾਰ ਨਹੀਂ ਕਰਨਗੇ। ਕੰਵਰ ਕਸ਼ਮੀਰਾ ਸਿੰਘ ਤੇ ਅਤਰ ਸਿੰਘ ਇਹ ਵੀ ਸ਼ਹੀਦ ਹੋਏ। ਬੇਅੰਤ ਬਾਬਾ ਵੀਰ ਸਿੰਘ ਹੁਣਾਂ ਦੀ ਫੌਜ ਦੇ ਸਿੰਘ ਸ਼ਹੀਦ ਹੋਏ। ਇੱਥੋਂ ਕੰਵਰ ਪਿਸ਼ੌਰਾ ਸਿੰਘ ਨਿਕਲ ਗਿਆ। ਘੇਰਾ ਚੀਰ ਕੇ ਉਹਦਾ ਨਿਕਲਣਾ ਹੋਇਆ। ਇੱਕ ਗੋਲਾ ਬਾਬਾ ਵੀਰ ਸਿੰਘ ਹੁਣਾਂ ਦੇ ਆਣ ਕੇ ਲੱਗਾ ਹੈ। ਰੰਚਕ ਮਾਤਰ ਗੋਲੇ ਦੀ ਚੋਟ ਮਿਟਾ ਦਿੰਦੀ ਹੈ ਬੰਦੇ ਦੀ ਹਸਤੀ ਦੀ। ਸਰੀਰ ਹੋਸ਼ ਗਵਾਉਣ ਲੱਗਾ। ਸਿੰਘਾਂ ਫਿਰ ਪੁੱਛਿਆ, ਹੁਕਮ ਹੋਵੇ ਮਹਾਂਪੁਰਸ਼ੋ, ਜਵਾਬੀ ਕਾਰਵਾਈ ਕਰੀਏ। ਕਹਿੰਦੇ ਨਹੀਂ, ਆਪਣਿਆਂ ਦਾ ਘਾਣ ਨਹੀਂ ਕਰਨਾ। ਅਖੀਰ 27 ਵੈਸਾਖ ਸੰਮਤ 1901 ਦੇ ਵਿੱਚ ਮਹਾਂਪੁਰਸ਼ਾਂ ਨੇ ਸ਼ਹਾਦਤ ਦੀ ਅਵਧੀ ਮਾਣੀ। ਸ਼ਾਹ ਮੁਹੰਮਦ ਨੇ ਕਿੱਸਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਵਿੱਚ ਬੋਲ ਕੇ ਪੈਂਚ ਲਿਖਦੇ ਸਾਰੀਆਂ ਪੜਤਲਾਂ ਦੇ, ਸਾਡੀ ਵੱਡੀ ਹੈ ਅੱਜ ਚਲੰਤ ਮੀਆਂ, ਵੀਰ ਸਿੰਘ ਨੂੰ ਮਾਰਿਆ ਢਾ ਤੋਪਾਂ, ਨਹੀਂ ਛੋੜਿਆ ਸਾਧ ਤੇ ਸੰਤ ਮੀਆਂ। ਆਪਣਿਆਂ ਨੇ ਪੂਰਨ ਬ੍ਰਹਮ ਵੇਤੇ ਮਹਾਤਮਾ, ਮਹਾਪੁਰਸ਼ ਗਾਂਡੀਵ ਸੂਰੇ ਬਾਬਾ ਵੀਰ ਸਿੰਘ ਨੂੰ ਸ਼ਹੀਦ ਕਰ ਦਿੱਤਾ। ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕਾ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ। ਕਿਤੇ ਮਹਾਪੁਰਸ਼ਾਂ ਦਾ ਜੀਵਨ ਪੜਨਾ ਹੋਇਆ, ਵੀਰ ਮਰਗੇਸ਼ ਪੜਿਓ। ਕਠਨ ਬੜੀ ਹੈ ਪੁਸਤਕ। ਜੇ ਕਿਧਰੇ ਕੋਈ ਪੰਜਾਬੀ ਦਾ ਉਲੱਥਾ ਮਿਲ ਜਾਵੇ ਨਾ ਚੰਗਾ ਟੀਕਾਕਾਰ ਦਾ, ਤੇ ਪੜਨ ਦੀ ਕੋਸ਼ਿਸ਼ ਕਰਿਓ। ਏਡਾ ਵੱਡਾ ਜੀਵਨ ਕਿਸੇ ਵਿਰਲੇ ਮਹਾਂਪੁਰਸ਼ ਦਾ ਹੀ ਲਿਖਤੀ ਮਿਲਦਾ ਹੈ। ਮੈਂ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਕਰਦਾ, ਜਾਂ ਸੰਤ ਸ਼੍ਰੋਮਣੀ ਬਾਬਾ ਸਾਹਿਬ ਸਿੰਘ ਬੇਦੀ ਹੁਣਾਂ ਦਾ ਜੀਵਨ ਮਿਲੇਗਾ, ਜਾਂ ਸੰਤ ਅਤਰ ਸਿੰਘ ਮਹਾਰਾਜ ਹੁਣਾਂ ਦਾ, ਜਾਂ ਬਾਬਾ ਵੀਰ ਸਿੰਘ ਹੁਣਾਂ ਦਾ। ਬੜੇ ਗਿਣੇ ਚੁਣੇ ਮਹਾਂਪੁਰਸ਼। ਸੰਤ ਜਰਨੈਲ ਸਿੰਘ ਹੁਣਾਂ ਤੇ ਬਹੁਤ ਪੁਸਤਕਾਂ ਨੇ। ਅਸਲ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਕਈ ਵਾਰ ਇਲਾਕੇ ਤੱਕ ਸੀਮਿਤ ਰਹਿ ਜਾਂਦੇ ਨੇ।
ਇਹ ਐਸੇ ਸੰਤ ਸਿਪਾਹੀ ਹੋਏ ਨੇ ਦੁਨੀਆ ਵਿੱਚ ਪ੍ਰਗਟ। ਤੇ ਪ੍ਰਗਟ ਕਿਉਂ ਸਨ? ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਵਿੱਚ ਇੱਕ ਗਜ਼ਲ ਕਹੀ ਹੈ। ਉਹ ਕਹਿੰਦਾ ਹੈ, ਦਰ ਹਰ ਦੋ ਕੌਣ ਗਰਦਨੇ ਉਹ ਸਰ ਬੁਲੰਦ ਸ਼ੁੱਧ ਮਨਸੂਰ ਵਾਰ ਹਰ ਕੇ ਸੂਏਦਾਰ ਮੇਰ ਵੱਧ। ਜੇ ਚਾਹੁਣਾ ਹੈ ਲੋਕ ਪਰਲੋਕ ਵਿੱਚ ਸਿਰ ਉੱਚਾ ਹੋਵੇ, ਜੇ ਚਾਹੁਣਾ ਹੈ ਲੋਕ ਪਰਲੋਕ ਵਿੱਚ ਤੇਰੀ ਸ਼ੋਭਾ ਹੋਵੇ, ਤੇ ਮਨਸੂਰ ਵਾਂਗੂ ਸੱਚ ਦੀ ਖਾਤਰ ਸੂਲੀ ਚੜਨਾ ਸਿੱਖ ਲੈ। ਜਿਹੜਾ ਧਰਮ ਲਈ ਦੀਨ ਲਈ ਸਿਰ ਦੇ ਦਿੰਦਾ ਹੈ, ਜਿਵੇਂ ਖਲੀਫਾ ਮੁਕੱਦਰ ਕੋਰੜਿਆਂ ਦੀ ਮਾਰ ਪਵਾਉਂਦਾ ਹੈ, ਈਰਾਨੀ ਸੂਫੀ ਸੰਤ ਮਨਸੂਰ ਨੂੰ ਫਿਰ ਸੂਲੀ ਚੜਵਾਉਂਦਾ ਹੈ। ਮਨਸੂਰ ਨਹੀਂ ਡੋਲਿਆ, ਸੱਚ ਲਈ ਸਿਰ ਦਿੱਤਾ। ਜਿਹੜੇ ਦੀਨ ਧਰਮ ਇਨਸਾਨੀਅਤ ਸੱਚ ਦੀ ਖਾਤਰ ਸਿਰ ਦਿੰਦੇ ਨੇ, ਸੂਲੀ ਚੜ੍ਹਦੇ ਨੇ। ਲੋਕ ਪਰਲੋਕ ਭਾਈ ਨੰਦ ਲਾਲ ਕਹਿੰਦੇ ਸਿਰ ਉੱਚਾ ਉਹਨਾਂ ਦਾ ਹੈ, ਵਡਿਆਈ ਉਹਨਾਂ ਦੀ। ਬਾਪੂ ਗੁਰੂ ਗੋਬਿੰਦ ਸਿੰਘ ਦਸਮ ਬਾਣੀ ਵਿੱਚ ਐਸੀ ਮਹਾਨਤਾ ਦੀਨ ਲਈ ਆਪਾ ਵਾਰਨ ਵਾਲਿਆਂ ਦੀ ਬਿਆਨ ਕਰਦੇ ਨੇ। ਕਹਿੰਦੇ ਧੰਨ ਜੀਓ ਤੇ ਕੋ ਜਗ ਮੈਂ, ਮੁਕਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਅਨਿਤ ਨਾ ਨਿਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ। ਕਹਿੰਦੇ ਜੇ ਵਡਿਆਈ ਦੇ ਬੇੜੇ ਤੇ ਬਹਿਣਾ ਹੈ ਨਾ, ਤੇ ਦੀਨ ਦੀ ਖਾਤਰ ਸਿਰ ਨਹੀਂ। ਜਿਹੜੇ ਘਰ ਮੰਜੇ ਤੇ ਪਏ ਮਰ ਜਾਂਦੇ ਨੇ, ਉਹਨਾਂ ਨੂੰ ਪਿੰਡ ਤੋਂ ਬਾਹਰ ਨਹੀਂ ਕੋਈ ਜਾਣਦਾ। ਜਿਹੜੇ ਧਰਮ ਲਈ ਸਿਰ ਦਿੰਦੇ ਨੇ, ਜਿਹੜੇ ਧਰਮ ਦੀ ਝੋਲੀ ਕੁਝ ਪਾ ਦਿੰਦੇ ਨੇ, ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਐਸੇ ਮਹਾਪੁਰਸ਼ ਸੰਤ ਸਿਪਾਹੀ ਬਾਬਾ ਵੀਰ ਸਿੰਘ ਹੋਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਜਿਹੜੇ ਸਿਮਰਦੇ ਨੇ ਅਕਾਲ ਪੁਰਖ ਨੂੰ, ਜਿਹੜੇ ਦੀਨ ਲਈ ਆਪਣਾ ਸਰੀਰ ਵਾਰ ਦਿੰਦੇ ਨੇ, ਚੌਹਾਂ ਕੁੰਟਾਂ ਵਿੱਚ ਉਹਨਾਂ ਦੀ ਜੈ ਜੈਕਾਰ। ਉਹ ਦਾਤਾਰ ਹੁੰਦੇ ਨੇ। ਤਾਂ ਹੀ ਦੇਸ਼ਾਂ ਦੇਸ਼ਾਂਤਰਾਂ ਵਿੱਚ ਸੈਂਕੜੇ ਸਮਾਗਮ 27 ਵਿਸਾਖ ਨੂੰ ਮਹਾਪੁਰਸ਼ਾਂ ਦੇ ਮਨਾਏ ਗਏ। ਲੜੀ ਸ਼ੁਰੂ ਹੋਈ, ਇਹ ਮਨਾਏ ਜਾਂਦੇ ਰਹਿਣੇ ਨੇ ਲੰਮਾ ਸਮਾਂ। ਸੋ ਉਹਨਾਂ ਸਾਧੂਆਂ ਦੀ ਸਦਾ ਜੈ ਜੈਕਾਰ। ਜੈਕਾਰ ਕੀਓ ਧਰਮੀਓ ਕਾ ਪਾਪੀ ਕੋ ਦੰਡ ਦਿਓ। ਇਹ ਧਰਮੀਆਂ ਦੀ ਜੈ ਜੈਕਾਰ ਹੀ ਰਹਿੰਦੀ ਹੈ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹ ਜੀਵਨ ਸਫਲਾ ਹੋਵੇ। ਦਾਸ ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲਿਆਂ ਦਾ, ਜਿਨ੍ਹਾਂ ਨੇ ਬਾਬਾ ਵੀਰ ਸਿੰਘ ਜੀ ਦੇ ਜੀਵਨ ਤੋਂ ਆਪ ਜੀਆਂ ਨੂੰ ਗੁਰਬਾਣੀ ਕਥਾ ਰਾਹੀਂ ਬਾਬਾ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ। ਬਾਬਾ ਜੀ ਦਾ ਸਨਮਾਨ ਹੋ ਰਿਹਾ ਹੈ। ਸੋ ਆਓ ਹੁਣ ਪੰਥ ਦੇ ਮਹਾਨ ਕਵੀਸ਼ਰੀ ਜਥਾ ਭਾਈ ਦਲਬੀਰ ਸਿੰਘ ਜੀ ਗਿੱਲ, ਜੋੜ ਸਿੰਘ ਵਾਲਾ, ਉਹ ਵੀ ਪਹੁੰਚੇ ਹਨ। ਉਹ ਆਪ ਜੀਆਂ ਨੂੰ